ਜੋ ਹਰ ਹਫਤੇ ਆਪਾਂ ਕਰਦੇ ਹਾਂ, ਉਹ ਇੱਕ ਹਫਤਾ ਲੰਘ ਗਿਆ। ਫਿਰ ਮੈਂ ਆਪ ਦੇ ਨਾਲ ਹੁਣ ਗੱਲ ਕਰਨਾ ਚਾਹੁੰਦਾ। ਪਹਿਲੀ ਗੱਲ ਤਾਂ ਜੈਸੇ ਆਪਾਂ ਸ਼ੁਰੂ ਕਰਦੇ ਹਾਂ ਕਿ ਕੋਵਿਡ ਕਰੋਨਾ ਜੋ ਵਾਇਰਸ ਹੈ ਉਹਦੇ ਬਾਰੇ ਆਪਾਂ ਸਾਰੇ ਜੋ ਤੁਸੀਂ ਜਾਣਨਾ ਚਾਹੁੰਦੇ ਹੋਗੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। ਹੁਣ ਤੁਸੀਂ ਦੁਨੀਆ ਦੇਸ਼ ਦਾ ਔਰ ਦੁਨੀਆ ਦਾ ਤਾਂ ਸਭ ਕੁਝ ਦੇਖ ਹੀ ਰਹਿੰਦੇ ਹੋ ਟੈਲੀਵਿਜ਼ਨ 'ਤੇ ਕਿ ਅਮਰੀਕਾ ਦੇ ਵਿੱਚ ਕਿਸ ਕਿਸਮ ਦਾ ਹਾਲ ਹੈ, UK ਦੇ ਵਿੱਚ, ਯੂਰਪ ਸਾਰੇ ਕਿਤੇ ਕੀ ਕੁਝ ਫੈਲਿਆ ਹੈ। ਪੂਰਾ ਹਿੰਦੁਸਤਾਨ ਅੱਜ ਜਿਸ ਤਰੀਕੇ ਨਾਲ ਫੈਲ ਰਿਹਾ ਔਰ ਤੇਜ਼ੀ ਨਾਲ ਜਾ ਰਿਹਾ ਹੈ, ਔਰ ਸਾਡੇ ਕਈ ਸੂਬੇ ਨੇ ਜਿਹੜੇ ਬਹੁਤ ਬੁਰੀ ਤਰ੍ਹਾਂ ਉਹਨਾਂ 'ਤੇ ਅਸਰ ਪੈ ਰਿਹਾ, ਜੈਸੇ ਤਮਿਲਨਾਡੂ ਹੈ, ਮਹਾਰਾਸ਼ਟਰ ਹੈ, ਸਾਡਾ ਦਿੱਲੀ ਹੈ। ਇਹਦੇ ਵਿੱਚ ਬਹੁਤ ਅੱਜ ਅੰਕੜੇ ਦਿੱਲੀ ਦੇ 80,000 ਦੇ ਕਰੀਬ ਕੇਸ ਨੇ, ਸਾਡੇ ਤਕਰੀਬਨ 6,000 ਦੇ ਕਰੀਬ ਹੋਏ ਨੇ। ਲੇਕਿਨ ਇਸ ਕਿਸਮ ਦਾ ਇਹ ਬਿਮਾਰੀ ਜਿਹੜੀ ਫੈਲ ਰਹੀ ਹੈ, ਉਹਦਾ ਕਈ ਵਾਰ ਤੁਹਾਡੇ ਨਾਲ ਗੱਲ ਹੋਈਆਂ ਨੇ ਕਿ ਇਹਦੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੀ ਬਿਮਾਰੀ ਹੈ, ਕਿੱਥੋਂ ਆਈ, ਕੈਸੇ ਗਈ, ਕਦੋਂ ਮੁੱਕੂਗੀ ਔਰ ਕਿਸ ਤਰੀਕੇ ਨਾਲ ਮੁੱਕੂ। ਤਾਂ ਆਪਾਂ ਨੂੰ ਉਦੋਂ ਤਾਈਂ ਜਦੋਂ ਤਾਈਂ ਕੋਈ ਦਵਾਈਆਂ ਨਹੀਂ ਨਿਕਲਦੀਆਂ, ਕੋਈ ਵੈਕਸੀਨ ਨਹੀਂ ਨਿਕਲਦਾ, ਆਪਾਂ ਨੂੰ ਆਪਣਾ ਪ੍ਰਬੰਧ ਕਰਨਾ ਪਊਗਾ ਕਿ ਸਾਡੇ ਪੰਜਾਬ ਦੇ ਵਿੱਚ ਇਹ ਬਿਮਾਰੀ ਨਾ ਆਏ। ਇੱਕ ਵਾਰ ਬਿਮਾਰੀ ਆ ਜਾਏ ਫਿਰ ਉਹਨੂੰ ਕੱਢਣਾ ਬੜਾ ਔਖਾ ਹੋ ਜਾਂਦਾ ਹੈ। ਔਰ ਜਦੋਂ ਦਵਾਈਆਂ ਬਣ ਜਾਣਗੀਆਂ, ਵੈਕਸੀਨ ਬਣ ਜਾਏਗੀ, ਫਿਰ ਹੋਰ ਗੱਲ ਹੁੰਦੀ ਹੈ। ਫਿਰ ਤਾਂ ਜ਼ੁਕਾਮ ਹੁੰਦੇ ਨੇ, ਮਲੇਰੀਆ ਹੋ ਜਾਂਦਾ, ਹੋਰ ਚੀਜ਼ਾਂ ਹੋ ਜਾਂਦੀਆਂ ਨੇ। ਕੋਈ ਇਲਾਜ ਤਾਂ ਹੈ ਪਰ ਇਹਦੇ ਵਾਸਤੇ ਤਾਂ ਕੋਈ ਇਲਾਜ ਹੀ ਨਹੀਂ ਹਾਲੇ। ਇਸ ਕਰਕੇ ਆਪਾਂ ਨੂੰ ਆਪਣਾ ਬਚਾਅ ਕਰਨਾ ਪਊ। ਤੁਸੀਂ ਮੈਂ ਬਾਰ-ਬਾਰ ਕਹਿੰਦਾ ਤੁਹਾਨੂੰ ਕਿ ਤੁਸੀਂ ਇਹਦਾ ਜ਼ਰੂਰ ਧਿਆਨ ਰੱਖੋ। ਆਪਣਾ ਜੋ ਡਾਕਟਰ ਤੁਹਾਨੂੰ ਦੱਸਦੇ ਨੇ ਸੋਸ਼ਲ ਡਿਸਟੈਂਸਿੰਗ ਰੱਖੋ, ਆਪਣੇ ਹੱਥ ਚੰਗੀ ਤਰ੍ਹਾਂ ਧੋਇਆ ਕਰੋ, ਔਰ ਸਭ ਤੋਂ ਜ਼ਰੂਰੀ ਜਿਹੜਾ ਹੈ ਕਿ ਤੁਸੀਂ ਮਾਸਕ ਪਾਓ। ਮਾਸਕ ਬਹੁਤ ਜ਼ਰੂਰੀ ਨੇ। ਔਰ ਦੁਨੀਆ ਦੇ ਮਾਹਰ ਜਿਹੜੇ ਇਸ ਦੇ ਬਾਰੇ ਕੁਝ ਸਮਝਣ ਲੱਗ ਗਏ, ਉਹ ਕਹਿੰਦੇ ਨੇ 75% ਹੀ ਆਪਣੀ ਬਿਮਾਰੀ ਰੋਕ ਸਕਦੀ ਹੈ ਅਗਰ ਆਪਾਂ ਮਾਸਕ ਪਾਉਂਦੇ ਹਾਂ। ਔਰ ਫਿਰ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਕਈ ਬੱਚੇ, ਕਈ ਹੋਰ ਲੋਕ ਬਗੈਰ ਮਾਸਕ ਰੋਜ਼ ਹੀ ਚਲਾਨ ਹੋ ਰਹੇ ਨੇ ਪੁਲਿਸ ਦੇ। ਤਕਰੀਬਨ 4 ਔਰ 5,000 ਦੇ ਦਰਮਿਆਨ ਚਲਾਨ ਹੋ ਰਹੇ ਨੇ ਜਿਹੜੇ ਮਾਸਕ ਨਹੀਂ ਪਾਉਂਦੇ। ਕਈ ਸੜਕਾਂ ਦੇ ਉੱਪਰ ਥੁੱਕ ਦਿੰਦੇ ਨੇ, ਜਦੋਂ ਤੁਹਾਨੂੰ ਪਤਾ ਹੈ ਕਿ ਇਹ ਥੁੱਕ, ਜਿਹਨੂੰ ਸਪੂਟਮ ਕਹਿੰਦੇ ਆ, ਸਭ ਤੋਂ ਜ਼ਿਆਦਾ ਬਿਮਾਰੀ ਇਹੀ ਫੈਲਾਉਂਦਾ ਹੈ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਸਾਡੀ ਜ਼ਿੰਮੇਵਾਰੀ ਆਪਾਂ ਸਮਝੀਏ ਆਪਣੇ ਟੱਬਰ ਨੂੰ ਬਚਾਉਣਾ ਹੈ, ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਸਾਰੇ ਗੁਆਂਢੀਆਂ ਨੂੰ ਬਚਾਉਣਾ ਹੈ, ਤੁਸੀਂ ਆਪਣੇ ਸ਼ਹਿਰ ਨੂੰ ਬਚਾਉਣਾ ਹੈ, ਆਪਣੇ ਪਿੰਡ ਨੂੰ ਬਚਾਉਣਾ ਹੈ। ਉਹ ਤੁਹਾਡੇ ਵਾਸਤੇ ਹੋਰ ਕੋਈ ਰਾਹ ਨਹੀਂ, ਆਹੀ ਤਰੀਕਾ ਹੈ। ਔਰ ਮੈਨੂੰ ਖੁਸ਼ੀ ਹੈ ਕਿ ਬਹੁਤ ਪੰਜਾਬ ਤਾਂ ਇਹ ਗੱਲਾਂ ਸਮਝਣ ਲੱਗ ਗਿਆ, ਕਿਉਂਕਿ ਆਂਕੜੇ ਹੀ ਸਾਨੂੰ ਦੱਸ ਰਹੇ ਨੇ। ਹੁਣ ਹਰਿਆਣੇ ਦੇ ਵਿੱਚ 7 ਤਿਗਣੀ ਇਹ ਅੱਜ ਕੇਸ ਨੇ, ਦਿੱਲੀ 'ਚ ਕਈ ਗੁਣਾ, ਉਹ 80,000, ਆਪਾਂ 6,000। ਉਹ ਇਸ ਕਿਸਮ ਦੇ ਕੇਸ ਨੇ ਕਿਉਂਕਿ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਅਸੀਂ ਲਾਕਡਾਊਨ ਔਰ ਕਰਫਿਊ ਕਰਤਾ ਸੀ, ਔਰ ਇਹ ਗੱਲ ਅੱਜ ਤਾਈਂ ਅਸੀਂ ਕੰਟਰੋਲ ਰੱਖ ਰਹੇ ਉਹਦਾ। ਸਾਡੇ 153 ਨਵੇਂ ਕੇਸ ਨੇ, ਲੇਕਿਨ ਰਿਕਵਰੀ ਸਾਡੀ 72% ਹੈ। 153 ਕੇਸ ਅੰਦਰ ਆਏ, ਨਵੇਂ ਕੇਸ ਬਣੇ ਨੇ, ਔਰ 155 ਅਸੀਂ ਜਿਹੜੇ ਹਸਪਤਾਲਾਂ ਦੇ ਵਿੱਚ ਸੇ ਉਹ ਰਾਜੀ ਹੋ ਕੇ ਵਾਪਸ ਆਪਣੇ ਘਰਾਂ ਚਲੇ ਗਏ। ਤਾਂ ਤਕਰੀਬਨ ਬਰਾਬਰ ਜਿਹਾ ਕੰਮ ਚੱਲਿਆ ਇਸ 'ਚ। ਇੱਕ ਅਫਸੋਸ ਹੈ ਕਿ ਸਾਡੇ 5 ਬੰਦਿਆਂ ਦੀ ਮੌਤ ਹੋਈ ਹੈ। ਇਹ ਬੜੀ ਹਰ ਵੇਲੇ ਜਦੋਂ ਮੈਂ ਜਦ ਇਹ ਕਾਗਜ਼ ਆਉਂਦਾ, ਮੈਂ ਪਹਿਲੇ ਇਹੀ ਆਂਕੜੇ ਦੇਖਦਾ ਹੁੰਦਾ ਕਿ ਸਾਡੇ ਕਿੰਨੇ ਪੰਜਾਬੀ ਚਲੇ ਗਏ ਇਸ ਬਿਮਾਰੀ 'ਚ। ਟੋਟਲ ਹੁਣ ਤਾਈਂ 157 ਹੋ ਗਏ ਨੇ, ਉਹਦੇ ਵਿੱਚੋਂ 5 ਅੱਜ ਦੇ ਦਿਨ ਉਹਨਾਂ ਦੀ ਮੌਤ ਹੋਈ ਹੈ। ਬੜਾ ਅਫਸੋਸ ਹੈ ਮੈਨੂੰ। ਪਰ ਇਸ ਤੋਂ ਇਲਾਵਾ 34 ਬੰਦੇ ਸਾਡੇ ਆਕਸੀਜਨ 'ਤੇ ਡਿਪੈਂਡੈਂਟ ਨੇ, ਔਰ 3 ਨੇ ਜੋ ਵੈਂਟੀਲੇਟਰ ਸਪੋਰਟ ਲੈ ਰਹੇ ਨੇ। ਮਾੜਾ ਤਾਂ ਇੱਕ ਬੰਦਾ ਵੀ ਜਾਵੇ, ਇੱਕ ਬੰਦਾ ਬਿਮਾਰ ਵੀ ਹੋਵੇ, ਉਹ ਮਾੜਾ ਸਾਰਿਆਂ ਨੂੰ ਲੱਗਦਾ ਹੈ, ਮੈਨੂੰ ਲੱਗਦਾ ਹੈ। ਲੇਕਿਨ ਕੀ ਕਰੀਏ, ਇਹ ਸਾਰਾ ਹੁਣ ਸਾਡੇ ਵੱਸ ਤੋਂ ਬਾਹਰ ਹੈ। ਹੁਣ ਤਾਂ ਆਪਾਂ ਸਿਰਫ ਕੰਟਰੋਲ ਹੀ ਰੱਖ ਸਕਦੇ ਹਾਂ। ਔਰ ਮੈਨੂੰ ਖੁਸ਼ੀ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਮੈਨੂੰ ਸਵਾਲ ਵੀ ਅੱਜ ਆਏ ਨੇ, ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਸਰਪੰਚ ਸਾਹਿਬ ਮੇਰੇ ਕੋਲ ਆਏ ਨੇ ਸਾਡੇ ਘਰ 'ਚ, ਔਰ ਸਾਨੂੰ ਮਿਸ਼ਨ ਫਤਿਹ ਦੇ ਬਾਰੇ ਦੱਸਿਆ, ਜੋ ਅਸੀਂ ਇਸ ਪ੍ਰੋਗਰਾਮ ਦੇ ਇਸ ਕੋਵਿਡ ਦੀ ਲੜਾਈ ਦੇ ਵਿੱਚ ਉਹਦਾ ਨਾਮ ਮਿਸ਼ਨ ਫਤਿਹ ਰੱਖਿਆ। ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਰਾ ਪਰਿਵਾਰ ਹੀ ਜੋ ਸਰਪੰਚ ਸਾਹਿਬ ਸਾਨੂੰ ਕਰਕੇ ਦੱਸ ਕੇ ਗਏ ਨੇ, ਅਸੀਂ ਉਹ ਮਨਾ ਰਹੇ ਹਾਂ ਉਹ ਗੱਲਾਂ ਨੂੰ। ਅਗਰ ਸਾਰਾ ਪੰਜਾਬ ਇਹ ਮਨਾਉਣ ਲੱਗ ਜਾਏ ਨਾ
ਤਾਂ ਕੋਈ ਕੋਵਿਡ ਹੀ ਨਾ ਰਹੂਗਾ ਇੱਥੇ ਪੰਜਾਬ ਦੇ ਵਿੱਚ। ਤਾਂ ਹੀ ਮੈਨੂੰ ਹਰ ਵੇਲੇ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਪਲੀਜ਼ ਡਾਕਟਰ ਜੋ ਦੱਸਦੇ ਨੇ ਔਰ ਜੋ ਟੈਲੀਵਿਜ਼ਨ 'ਤੇ ਤੁਸੀਂ ਦੱਸਦੇ ਹੋ, ਹਫ਼ਤੇ ਬਾਅਦ ਮੈਂ ਤੁਹਾਨੂੰ ਦੱਸਦਾ, ਇਹ ਮਨਾਓ, ਇਹ ਗੱਲਾਂ ਕਰੋ ਤੁਸੀਂ, ਔਰ ਆਪਾਂ ਆਪਣੇ ਪੰਜਾਬ ਨੂੰ ਬਚਾਈਏ। ਇੱਕ ਮੈਂ ਹੋਰ ਕੁਝ ਦੱਸਣਾ ਚਾਹੁੰਦਾ, ਖਾਸ ਕਰਕੇ ਬੱਚਿਆਂ ਨੂੰ। ਮੈਂ ਸੋਸ਼ਲ ਮੀਡੀਆ 'ਤੇ ਬਹੁਤ ਦੇਖਦਾ, ਅਖਬਾਰਾਂ 'ਚ ਵੀ ਉਹਨਾਂ ਦੇ, ਕਿ ਸਾਡੇ ਇਮਤਿਹਾਨ ਸਾਡੇ ਬੰਦ ਕੀਤੇ ਜਾਣ ਕਿਉਂਕਿ ਪੜ੍ਹਾਈ ਨਹੀਂ ਹੋਈ ਸਾਡੀ, ਔਰ ਹੋਰ ਕਈ ਸਟੇਟਾਂ ਦੇ ਵਿੱਚ ਹੋਇਆ। ਔਰ ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦਾ ਸੀ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਹ ਫੈਸਲਾ ਕਰਨਾ ਹੈ, UGC ਨੇ। ਲੇਕਿਨ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਇਹ ਦੱਸਦੇ ਕਿ ਬਾਕੀ ਅੰਕੜੇ ਤਾਂ ਸਾਰੇ ਪ੍ਰੋਗਰਾਮ ਸਭ ਕੁਛ ਤਾਂ ਤੁਹਾਨੂੰ ਜਦ ਸਾਡੀ ਗਵਰਨਮੈਂਟ ਦਾ ਐਲਾਨ ਓਫੀਸ਼ੀਅਲੀ ਹੋਊਗਾ ਕੱਲ੍ਹ ਨੂੰ, ਉਹ ਆਊਗਾ ਤੁਹਾਡੇ ਅਖਬਾਰਾਂ ਦੇ ਵਿੱਚ ਔਰ ਤੁਹਾਡੇ ਆਪਣੇ ਯੂਨੀਵਰਸਿਟੀਜ਼ ਦੇ ਵਿੱਚ। ਤੁਸੀਂ ਉਹਨਾਂ ਤੋਂ ਸਾਰੀਆਂ ਗੱਲਾਂ ਮੰਨ ਲਓ। ਲੇਕਿਨ ਅਸੀਂ ਇੰਨਾ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਿਆਂ ਨੇ ਆਪਣਾ ਅਖੀਰਲਾ ਇਮਤਿਹਾਨ ਹੈ, ਜੋ ਤੁਹਾਡੇ ਰਿਜ਼ਲਟ ਉਸ ਤੋਂ 1 ਸਾਲ ਪਹਿਲਾਂ ਆਏ ਨੇ, ਔਰ ਅਗਰ ਉਹ ਠੀਕ ਰਿਜ਼ਲਟ ਨੇ, ਉਹਦੇ ਵਿੱਚ ਤੁਸੀਂ ਆਪਣੀ ਯੂਨੀਵਰਸਿਟੀ ਦੇ ਮੁਤਾਬਿਕ ਪਾਸ ਹੋਏ ਹੋ, ਫਿਰ ਤੁਹਾਨੂੰ ਐਗਜ਼ਾਮ ਕਰਨ ਦੀ ਲੋੜ ਨਹੀਂ ਹੈ। ਇਹ ਅਸੀਂ ਕਾਲਜਿਸ ਯੂਨੀਵਰਸਿਟੀ ਦੇ ਵਿੱਚ ਇਹ ਹੋਇਆ। ਜਿਹੜੀਆਂ 10ਵੀਂ ਜਮਾਤ ਅਸੀਂ ਪਹਿਲਾਂ ਹੀ ਅਨਾਊਂਸ ਕਰ ਚੁੱਕੇ, ਜਿਹੜੀ 12ਵੀਂ ਜਮਾਤ ਹੈ ਉਹਦੇ ਵਿੱਚ ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਬੜੀ ਜਲਦੀ ਉਹ ਗਵਰਨਮੈਂਟ ਸਾਨੂੰ ਦੱਸੇਗੀ ਇਹਦੇ ਬਾਰੇ, ਔਰ ਅਗਲੇ 2-3 ਦਿਨ 'ਚ ਤੁਹਾਨੂੰ ਐਲਾਨ ਹੋ ਜਾਊਗਾ 12ਵੀਂ ਦੇ ਬਾਰੇ। ਲੇਕਿਨ ਜਿੱਥੇ ਤਾਂ ਇਹ ਯੂਨੀਵਰਸਿਟੀਜ਼ ਹੈ, ਯੂਨੀਵਰਸਿਟੀਜ਼ ਦਾ ਮੈਂ ਤੁਹਾਨੂੰ ਦੱਸ ਚੁੱਕਿਆ। ਹੁਣ ਯੂਨੀਵਰਸਿਟੀਜ਼ ਵੀ ਤੁਹਾਨੂੰ ਦੱਸਣਗੇ ਜੋ ਕੁਛ ਸਾਡਾ ਫੈਸਲਾ ਹੋਇਆ, ਔਰ ਸਾਡੇ ਆਪਣੀ ਸਰਕਾਰ ਦਾ ਜਿਹੜਾ ਹਾਇਰ ਐਜੂਕੇਸ਼ਨ ਮਹਿਕਮਾ ਹੈ, ਉਹ ਤੁਹਾਨੂੰ ਕੱਲ੍ਹ ਤਾਈਂ ਇਹ ਸਾਰਾ ਐਲਾਨ ਅਖਬਾਰਾਂ ਦੇ ਵਿੱਚ ਆ ਜਾਣਾ। ਤੋ ਤੁਸੀਂ ਹੁਣ ਪੜ੍ਹੋ, ਇਹਦਾ ਮਤਲਬ ਇਹ ਨਹੀਂ ਕਿ ਘਰ ਬਹਿ ਕੇ ਤੁਸੀਂ ਕੁਛ ਨਾ ਕਰੋ, ਪੜ੍ਹੋ, ਕਿਉਂਕਿ ਅੱਗੇ ਤੁਸੀਂ ਆਪਣੀ ਜ਼ਿੰਦਗੀ ਬਣਾਉਣੀ ਹੈ। ਤਾਂ ਤੁਸੀਂ BA ਡਿਗਰੀ ਲੈ ਲਓ ਜਾਂ MA ਡਿਗਰੀ ਲੈ ਲਓ ਇਸ ਤਰੀਕੇ ਨਾਲ, ਲੇਕਿਨ ਪੜ੍ਹੋ ਅੱਗੇ ਵਾਸਤੇ, ਤਾਂ ਕਿ ਤੁਸੀਂ ਆਪਣੀ ਕੁਝ ਬਣਾ ਸਕੋ ਆਪਣੇ ਬਾਰੇ, ਆਪਣੀ ਜ਼ਿੰਦਗੀ ਬਾਰੇ। ਇੱਕ ਗੱਲ ਜੋ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ, ਉਹ ਹੈ ਇਹ ਜਿਹੜਾ ਟਿੱਡੀ ਦਲ ਹੁਣ ਘੁੰਮ ਰਿਹਾ ਇੱਥੇ, ਬੜੇ ਸਾਲਾਂ ਤੋਂ ਤਾਂ ਇਹ ਨਹੀਂ ਆਇਆ, ਲੇਕਿਨ ਹੁਣ ਫਿਰ ਆਪਣੇ ਇੱਧਰ ਆਇਆ। ਮੇਰਾ ਖਿਆਲ ਅਫਰੀਕਾ ਤੋਂ ਆਉਂਦਾ ਹੈ, ਫਿਰ ਅਫਰੀਕਾ ਤੋਂ ਪਾਕਿਸਤਾਨ ਤੋਂ ਇੱਧਰ, ਔਰ 100 ਕਿਲੋਮੀਟਰ ਲੰਬੀ ਡਾਰਾਂ ਨੇ, ਔਰ ਜਿੱਥੇ ਬਹਿੰਦੇ ਨੇ ਇੱਕ ਵਾਰ ਉਹ ਤਬਾਹ ਕਰਕੇ ਜਾਂਦੇ ਨੇ। ਪਹਿਲਾਂ ਆਏ ਰਾਜਸਥਾਨ ਤੋਂ ਗਏ ਯੂਪੀ ਤੋਂ ਮੱਧ ਪ੍ਰਦੇਸ਼, ਔਰ ਹੁਣ ਉੱਧਰ ਰਾਜਸਥਾਨ ਉੱਧਰ ਹੀ ਘੁੰਮ ਰਹੇ ਨੇ। ਅਤੇ ਉਦੋਂ ਮੈਨੂੰ ਡਰ ਸੀ ਕਿ ਇੱਧਰ ਸ਼ਾਇਦ ਪੰਜਾਬ ਦੇ ਵਿੱਚ ਆ ਜਾਣ, ਤਾਂ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ ਕਿ ਤੁਸੀਂ ਹੈਲੀਕਾਪਟਰ ਦੀ ਇਜਾਜ਼ਤ ਦਿਓ, ਜਿਹੜੇ ਹੈਲੀਕਾਪਟਰ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਛਿੜਕਾਓ ਕਰਨ ਔਰ ਉਹਨਾਂ ਨੂੰ ਮਾਰ ਦੇਣ। ਔਰ ਉਹਨਾਂ ਨੇ ਮੇਰੇ ਖਿਆਲ ਮੰਨ ਲਈ ਗੱਲ, ਕਿਉਂਕਿ ਇੱਕ ਮਿਲਟਰੀ ਹੈਲੀਕਾਪਟਰ ਇੱਕ MI-17 ਹੈ ਚੰਡੀਗੜ੍ਹ ਤੋਂ, ਉਸ ਨੂੰ ਉਹਦੀ ਤਿਆਰੀ ਕੀਤੀ ਹੋਈ ਹੈ ਕਿ ਜਦੋਂ ਦਲ ਆਏ, ਇਸ ਵੇਲੇ ਰਾਜਸਥਾਨ ਦੇ ਏਰੀਆ 'ਚ ਫਿਰ ਵੜਨ ਲੱਗ ਗਿਆ, ਸ਼ਾਇਦ ਉੱਥੇ ਭੇਜ ਰਹੇ ਨੇ ਤਾਂ ਕਿ ਇੱਧਰ ਆਏ ਹੀ ਨਾ, ਉੱਧਰ ਹੀ ਜਾ ਕੇ ਉਹਨੂੰ ਉੱਥੇ ਖ਼ਤਮ ਕਰ ਦੇ। ਔਰ ਉਹ ਗਵਰਨਮੈਂਟ ਆਫ ਇੰਡੀਆ ਨੇ ਸਾਡੀ ਗੱਲ ਮੰਨ ਲਈ ਹੈ, ਔਰ ਇਹ ਹੈਲੀਕਾਪਟਰ ਦੀ ਤਿਆਰੀ ਹੋ ਗਈ ਇੱਥੇ ਚੰਡੀਗੜ੍ਹ 'ਚ, ਔਰ ਇਹ ਹੁਣ ਜਾਣਗੇ ਜਦ ਦਲ ਮੱਧ ਪ੍ਰਦੇਸ਼ ਵਿੱਚ ਨਾ ਆਪਣੇ ਰਾਜਸਥਾਨ ਵਿੱਚ ਆ ਜਾਏ, ਉੱਥੇ ਪੂਰਾ ਕਰਨਗੇ। ਤੋ ਇੱਕ ਤਾਂ ਇਹ ਹੈ। ਦੂਸਰੀ ਗੱਲ, ਮੈਨੂੰ ਕਈ ਸਾਡੇ ਫੌਜੀ ਜਿਹੜੇ ਵੀਰ ਨੇ ਮੇਰੇ, ਉਹਨਾਂ ਨੇ ਮੈਨੂੰ ਲਿਖਿਆ ਕਿ ਜਿਹੜੇ ਐਕਸ ਸਰਵਿਸਮੈਨ PCS ਐਗਜ਼ਾਮੀਨੇਸ਼ਨ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸਿਰਫ 4 ਵਾਰ ਇਹਨਾਂ ਦੀ ਇਜਾਜ਼ਤ ਹੈ ਕਿ 4 ਵਾਰ ਤੁਸੀਂ ਅਟੈਂਪਟ ਕਰ ਸਕਦੇ ਹੋ ਕੋਸ਼ਿਸ਼ ਇਹ ਪਾਸ ਹੋਣ ਦੀ। ਔਰ ਅਸੀਂ ਇਹ 4 ਵਾਰ ਤਾਂ ਬਹੁਤ ਘੱਟ ਹੈ, ਅਸੀਂ ਇਹ ਜ਼ਿਆਦਾ ਚਾਹੁੰਦੇ ਹਾਂ। ਤਾਂ ਖੁਸ਼ੀ ਹੈ ਮੈਨੂੰ ਕਿ ਸਾਨੂੰ ਹੁਣ ਜਨਰਲ ਕੈਟੇਗਰੀ ਐਕਸ ਸਰਵਿਸਮੈਨ ਵਾਸਤੇ 6 ਵਾਰ ਇਜਾਜ਼ਤ ਮਿਲ ਗਈ ਹੈ, ਤੁਸੀਂ ਕਰ ਸਕਦੇ ਹੋ ਅਟੈਂਪਟ ਤੁਹਾਡਾ। ਔਰ BC ਕੈਟੇਗਰੀ ਦੇ ਐਕਸ ਸਰਵਿਸਮੈਨ ਨੂੰ 9 ਵਾਰ, ਔਰ ਜਿਹੜੇ SC ਸਾਡੇ ਐਕਸ ਸਰਵਿਸਮੈਨ ਨੇ, ਉਹਨਾਂ ਵਾਸਤੇ ਜਿੰਨੀ ਵਾਰ ਉਹ ਕਰਨਾ ਚਾਹਣ ਕੋਈ ਰੁਕਾਵਟ ਨਹੀਂ, ਉਹ ਕਰ ਸਕਦੇ ਨੇ। ਤਾਂ ਖੁਸ਼ੀ ਇਸ ਗੱਲ ਦੀ ਹੈ ਕਿ 4 ਅਟੈਂਪਟ ਤੋਂ ਹੁਣ 6, 9 ਔਰ ਜਿੰਨੇ ਕਰਨਾ ਚਾਹਣ ਉਹਨਾਂ ਵੀ SC ਕੈਟੇਗਰੀ ਵਾਸਤੇ ਖੁੱਲ੍ਹਾ ਹੈ ਹੁਣ ਕੰਮ। ਤਾਂ ਤੁਸੀਂ ਜਿਨ੍ਹਾਂ ਨੇ ਕਰਨਾ ਜ਼ਰੂਰ ਆਪਣੇ ਇਮਤਿਹਾਨ ਵਾਸਤੇ ਤਿਆਰੀ ਕਰੋ, ਔਰ ਆਓ PCS ਐਗਜ਼ਾਮੀਨੇਸ਼ਨ ਵਾਸਤੇ, ਤਾਂ ਕਿ ਤੁਸੀਂ ਵੀ ਪੰਜਾਬ ਦੀ ਸੇਵਾ ਕਰ ਸਕੋ। ਹੋਰ ਹੁਣ ਸਵਾਲਾਂ ਦੇ ਬਾਰੇ ਮੈਂ
ਕੁਝ ਤੁਹਾਨੂੰ ਦੇਣਾ ਚਾਹੁੰਦਾ ਜਵਾਬ, ਜਿਸ ਕਰਕੇ ਆਪਾਂ ਇਹ ਕਰਦੇ ਹਾਂ ਕੈਪਟਨ ਪ੍ਰੋਗਰਾਮ। ਇੱਕ ਤਾਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਕੁਲਦੀਪ ਕੌਰ ਰੰਧਾਵਾ ਨੇ ਸਠਿਆਲੇ ਤੋਂ ਕਿ 400 ਸਾਲਾ ਆਪਾਂ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਾਂ ਮਨਾ ਰਹੇ ਹਾਂ, ਕਿੰਨਾ ਪੈਸਾ ਤੁਸੀਂ ਇਹਦੇ ਵਿੱਚ ਐਲੋਕੇਸ਼ਨ ਤੁਸੀਂ ਕੀਤੀ ਹੈ। ਬੀਬਾ, ਜਿੱਥੇ ਤਾਈਂ ਗੁਰੂ ਸਾਹਿਬ ਦਾ ਸਵਾਲ ਹੈ, ਚਾਹੇ ਕੋਈ ਵੀ ਗੁਰੂ ਸਾਹਿਬਾਨ ਸਾਡੇ ਹੋਣ, ਇਹਨਾਂ 'ਤੇ ਆਪਾਂ ਪੈਸਿਆਂ ਨਾਲ ਨਹੀਂ ਗਿਣਦੇ। ਜਿੰਨੀ ਲੋੜ ਪਊ ਸਾਨੂੰ ਮਨਾਉਣ ਵਾਸਤੇ ਔਰ ਬੜੀ ਧੂਮਧਾਮ ਨਾਲ ਮਨਾਵਾਂਗੇ, ਉਹ ਪੈਸੇ ਪੰਜਾਬ ਸਰਕਾਰ ਲਾਊ। ਤਾਂ ਪੈਸਿਆਂ ਦੀ ਗੱਲ ਨਾ ਕਰਿਆ ਕਰੋ ਜਿੱਥੇ ਗੁਰੂ ਸਾਹਿਬ ਦਾ ਮਸਲਾ ਹੁੰਦਾ। ਗੁਰੂ ਤਾਂ ਸਾਡੇ ਉਹਨਾਂ ਕਰਕੇ ਤਾਂ ਆਪਾਂ ਸਾਰੇ ਵਸੇ ਹੋਏ ਉਹਦੇ, ਤਾਂ ਜਿਹੜਾ ਕੁਝ ਸਾਡਾ ਹੈ ਉਹ ਗੁਰੂਆਂ ਦਾ ਹੀ ਹੈ। ਔਰ ਗੁਰੂ ਸਾਹਿਬ ਦੇ ਮਨਾਉਣ ਵਾਸਤੇ ਅਸੀਂ ਕੋਈ ਘਾਟ ਨਹੀਂ ਛੱਡਣੀ ਕਿਸੇ ਗੱਲ ਦੀ। ਇਹ ਪੁੱਛ ਰਹੇ ਨੇ ਗੁਰਪ੍ਰੀਤ ਗਿੱਲ ਜੀ ਕਿ ਮੈਂ ਤੁਹਾਡਾ ਪੋਸਟ ਦੇਖਿਆ ਸੀ ਪੰਜਾਬ ਦੇ ਉੱਪਰ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ 5 ਨਦੀਆਂ ਸਾਡੇ ਹੁੰਦੀਆਂ ਸੀ ਕੰਟਰੋਲ 'ਚ, ਹੁਣ ਅਸੀਂ 13 MP ਰਹਿ ਗਏ ਹਾਂ ਹਿੰਦੁਸਤਾਨ, ਜੋ ਅਸੀਂ ਐਂਟੀ ਫਾਰਮਰ ਆਰਡੀਨੈਂਸ ਵੀ ਨਹੀਂ ਰੋਕ ਸਕਦੇ। ਗੱਲ ਥੋੜ੍ਹੀ ਸਹੀ ਹੈ। ਇਤਿਹਾਸ ਹੁਣ ਗਵਾਹ ਹੈ ਜਿਹੜੀ ਗੱਲਾਂ ਨੂੰ। ਜਮਰੌਰ ਤੋਂ ਲੈ ਕੇ ਦਿੱਲੀ ਤੱਕ ਮਹਾਰਾਜ ਸਾਹਿਬ ਦਾ ਰਾਜ ਹੁੰਦਾ ਸੀ ਔਰ ਸਾਡਾ ਪੰਜਾਬ ਹੁੰਦਾ ਸੀ। ਔਰ ਇੱਥੋਂ ਫਿਰ ਅੱਧਾ ਦਾ 47 ਚਲਾ ਗਿਆ, ਪਾਕਿਸਤਾਨ ਬਣ ਗਿਆ। ਔਰ ਜਿਹੜੀ ਥੋੜ੍ਹੀ ਕਸਰ ਸੀ ਅਕਾਲੀਆਂ ਨੇ ਕੱਢਤੀ, ਜਿਹੜੀ ਹਰਿਆਣਾ ਬਣਵਾਤਾ। ਆਪਣਾ ਪੰਜਾਬੀ ਸੂਬਾ ਬਣਾਉਣ ਲਈ ਸਾਡਾ ਸਾਰਾ ਹਿਮਾਚਲ ਦੇਤਾ, ਕਾਂਗੜਾ ਤੋਂ ਲੈ ਕੇ ਸ਼ਿਮਲਾ ਵਗੈਰਾ ਸਾਰਾ ਦੇਤਾ ਉਧਰ, ਔਰ ਇੱਧਰ ਸਾਰਾ ਹਰਿਆਣਾ, ਇੱਥੋਂ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਉਹ ਦੇਤਾ। ਤੋ ਇਹੋ ਜਿਹੀ ਗੱਲਾਂ ਜਦੋਂ ਦੂਰ ਅੰਦੇਸ਼ੀ ਨਾ ਹੋਵੇ ਕਿਸੇ ਸਿਆਸੀ ਗਰੁੱਪ ਦੇ ਵਿੱਚ, ਫਿਰ ਇਹੀ ਹਾਲ ਹੋਊਗਾ। ਪੰਜਾਬ ਹੁਣ ਤੁਸੀਂ ਅੱਜ ਦੇਖ ਲਓ ਕਿ ਸਾਡੇ ਪੰਜਾਬ ਦੀ ਕਿਸਾਨੀ ਦੇ ਕੋਲ 105 ਲੱਖ ਏਕੜ ਜ਼ਮੀਨ ਹੈ ਔਰ ਹਰਿਆਣੇ ਕੋਲ 80 ਲੱਖ ਏਕੜ ਜ਼ਮੀਨ ਹੈ। ਕਿੰਨਾ ਅਸੀਂ ਦੇ ਬੈਠੇ ਹਾਂ। ਕਿੰਨਾ ਹਿਮਾਚਲ ਦਾ ਟੂਰਿਜ਼ਮ ਪੋਟੈਂਸ਼ੀਅਲ, ਫੋਰੈਸਟ, ਇਰੀਗੇਸ਼ਨ ਪੋਟੈਂਸ਼ੀਅਲ ਸਾਰਾ ਅਸੀਂ ਦੇ ਬੈਠੇ ਹਾਂ। ਤੋ ਇਹ ਗੱਲਾਂ ਜਿਹੜੇ ਪੋਲੀਟੀਸ਼ੀਅਨ ਕਰਦੇ ਨੇ ਨਾ, ਸਿਰਫ ਆਪਣੇ ਪਾਰਟੀ ਬਣਾਉਣ ਵਾਸਤੇ, ਆਪਣੇ ਹੱਲ ਕੋਈ ਕੱਢਣ ਵਾਸਤੇ, ਔਰ ਤੁਸੀਂ ਪੰਜਾਬ ਆਪਣੇ ਸੂਬਾ ਹੀ ਤੋੜ ਦਿਓ, ਤਾਂ ਫਿਰ ਇਹ ਹਾਲ ਹੋਣਾ। ਹੁਣ ਜਿੱਥੇ ਅਗਰ ਸਾਡੇ ਕੋਲ ਪਾਰਲੀਮੈਂਟ ਦੇ ਵਿੱਚ ਇਹੋ ਜਿਹੀ ਹੁੰਦਾ ਨਾ ਜਮਰੌਰ ਤੋਂ ਉਰੇ ਤੱਕ, ਤਾਂ ਤਕਰੀਬਨ 70-80 ਸਾਡੇ ਕੋਲ MP ਹੋਣੇ ਸੀ ਔਰ ਸਾਡੀ ਗੱਲ ਚੱਲਣੀ ਸੀ ਦਿੱਲੀ 'ਚ। ਹੁਣ 570 ਦੇ MPਆਂ ਦੇ ਵਿੱਚੋਂ ਅਗਰ 13 ਅਸੀਂ ਰਹਿ ਗਏ, ਕੌਣ ਪੁੱਛੂਗਾ ਸਾਡੀ ਗੱਲ, ਕੌਣ ਸੁਣੂਗਾ ਸਾਡੀ? ਤਾਂ ਹੀ ਇਹ ਐਂਟੀ ਫਾਰਮਰ ਆਰਡੀਨੈਂਸ ਵਗੈਰਾ ਸਭ ਕੁਝ ਕਰੀ ਜਾਂਦੇ ਨੇ। ਜੋ ਕਰਦੇ ਨੇ ਦਿਲ 'ਚ ਕਰ ਦਿਓ, ਕਿਉਂਕਿ ਪੰਜਾਬ ਕੁਛ ਨਹੀਂ ਕਰ ਸਕਦਾ ਇਹਦੇ ਬਾਰੇ। ਤਾਂ ਹੀ ਮੈਂ ਕਹਿੰਦਾ ਤੁਹਾਨੂੰ ਕਿ ਅਗਰ ਇਹ ਆਰਡੀਨੈਂਸ ਇੱਕ ਵਾਰ ਬਣ ਗਏ, ਇਹਨਾਂ ਨੇ ਹੁਣ ਵਿਧਾਨ ਸਭਾ 'ਚ, ਲੋਕ ਸਭਾ ਦੇ ਵਿੱਚ ਆ ਜਾਣਾ ਔਰ ਲੋਕ ਸਭਾ ਨੇ ਇਹਨੂੰ ਬਿੱਲ ਕਨਵਰਟ ਕਰਕੇ ਇਹਨੂੰ ਪਾਸ ਕਰ ਦੇਣਾ। ਪਾਸ ਕਰਕੇ ਫਿਰ ਹਿੰਦੁਸਤਾਨ ਦਾ ਕਾਨੂੰਨ ਬਣਾ ਗਿਆ। ਤਾਂ ਹੁਣ 570 MP ਤੁਹਾਡੇ ਕਦੇ ਆਖੇ ਲੱਗਣਗੇ ਉੱਥੇ? 13 ਨੇ ਤੁਹਾਡੇ, ਕੀ ਬਣਾਉਣਾ, ਕੀ ਕਰ ਲਾਂਗੇ ਆਪਾਂ 13 ਨਾਲ? ਪੰਜਾਬ ਨੂੰ ਖਤਮ ਕਰ ਲਾਂਗੇ ਆਪਾਂ। ਇਹੀ ਪਹਿਲਾਂ ਸੀ ਜਦੋਂ ਪੰਜਾਬੀ ਸੂਬਾ ਬਣਾਇਆ ਅਕਾਲੀਆਂ ਨੂੰ, ਇਹੀ ਹੁਣ ਕਰ ਰਹੇ ਨੇ। ਪਹਿਲਾਂ ਤਾਂ ਤੁਸੀਂ ਪੰਜਾਬ ਦਾ ਬਟਵਾਰਾ ਕਰਤਾ, ਹੁਣ ਤੁਸੀਂ ਕਿਸਾਨੀ ਸਾਡੀ ਰੋਲ ਦਿਓਗੇ ਪੰਜਾਬ ਦੀ। ਮੈਂ ਬਾਰ-ਬਾਰ ਕਹਿਣਾ, ਪਰ ਇਹਨਾਂ ਨੂੰ ਤਾਂ ਆਪਣੀ ਸਿਰਫ ਪਈ ਹੋਈ ਹੈ ਕਿ ਮੇਰੀ ਮਿਨਿਸਟਰ ਰਹੇ ਉੱਥੇ ਦਿੱਲੀ ਦੇ ਵਿੱਚ ਹਰਸਿਮਰਤ ਕੌਰ, ਔਰ ਮੈਂ ਇੱਥੇ ਮੁਖੀ ਰਵਾਂ, ਔਰ ਮੇਰੀ ਇੱਥੇ ਸਰਕਾਰ ਬਣਦੀ ਰਹੇ। ਜਦੋਂ ਤੁਸੀਂ ਐ ਸੁਣੋ ਤਾਂ ਕੀ ਤੁਸੀਂ ਸਰਕਾਰੀ ਕਿਹੜੇ ਸੂਬੇ ਦੇ ਉੱਪਰ ਕਰੋਗੇ? ਸਭ ਕੁਝ ਤਾਂ ਖੋ ਕੇ ਬਹਿ ਗਏ ਤੁਸੀਂ, ਔਰ ਖੋਜੋਗੇ ਜਿਸ ਤਰੀਕੇ ਨਾਲ ਚੱਲ ਰਹੇ ਹੋ ਕਿ ਤੁਸੀਂ ਕਦੇ ਪੰਜਾਬ ਦਾ ਨਹੀਂ ਸੋਚਦੇ, ਤੁਸੀਂ ਸਿਰਫ ਆਪਣਾ ਸੋਚਦੇ ਹੋ। ਫਿਰ ਤੁਸੀਂ +2 ਦੀ ਗੱਲ ਮੈਨੂੰ PSCB ਬੋਰਡ ਵਾਲਿਆਂ ਨੇ ਦੱਸੀ। ਮੈਂ ਤੁਹਾਨੂੰ ਦੱਸਦਾ ਕਿ CBSE ਦਾ ਕੀ ਆਰਡਰ ਇਸ ਦੇ ਬਾਰੇ में अगले 2-3 दिन ਤੁਹਾਨੂੰ ਆ ਜਾਣਾ। तो ਇਹ ਸੀ ਸਕਸ਼ੀ ਗੰਬਰ ਫਾਜ਼ਿਲਕਾ ਤੋਂ। ਉਹਨਾਂ ਨੇ ਮੈਨੂੰ ਇਹ ਪੁੱਛਿਆ ਸੀ ਕਿ ਸਾਡੇ ਇਮਤਿਹਾਨ ਦੇ ਬਾਰੇ +2 ਦਾ ਕੀ ਹੋ ਰਿਹਾ। ਅਗਲੇ 2 ਦਿਨਾਂ 'ਚ ਜਾਂ 3 ਦਿਨਾਂ 'ਚ ਤੁਹਾਨੂੰ ਇੱਥੋਂ CBSE ਵਾਲਿਆਂ ਨੇ ਐਲਾਨ ਕਰ ਦੇਣਾ ਗਵਰਨਮੈਂਟ ਆਫ ਇੰਡੀਆ ਦਾ। ਇਹ ਸਵਾਲ ਹੁਣ ਕਈ ਦਿਨਾਂ ਤੋਂ ਉੱਠਿਆ ਹੋਇਆ ਹੈ। ਇਹ ਜਿਹੜੇ 3 ਆਰਡੀਨੈਂਸ ਗਵਰਨਮੈਂਟ ਆਫ ਇੰਡੀਆ ਨੇ ਕੀਤੇ ਨੇ, ਜੋ ਅਸੀਂ ਸਮਝਦੇ ਹਾਂ 100% ਕਿਸਾਨੀ ਦੇ ਖਿਲਾਫ ਨੇ। ਉਹਦੇ ਵਿੱਚ ਕਿਸਾਨ ਯੂਨੀਅਨ ਦੀ ਸਾਰਿਆਂ ਦੀ ਮੇਰੀ ਮੀਟਿੰਗ ਹੋ ਚੁੱਕੀ, ਸਾਰੇ ਓਪੋਜੀਸ਼ਨ ਪਾਰਟੀਆਂ ਦੀ ਮੇਰੀ ਮੀਟਿੰਗ ਹੋ ਚੁੱਕੀ, ਔਰ ਅਕਾਲੀ ਦਲ ਔਰ BJP ਨੂੰ ਛੱਡ ਕੇ ਸਾਰੇ ਇੱਕ ਪਾਸੇ ਬੈਠੇ ਨੇ ਕਿ ਇਹ ਕਿਸਾਨੀ ਦੇ ਖਿਲਾਫ ਹੈ। ਇਹ ਅਗਰ ਤੁਸੀਂ ਇਹਦਾ ਨਿਚੋੜ ਕੱਢੋ ਨਾ,
ਤਾਂ ਇੱਕ ਸ਼ਾਂਤਾ ਕੁਮਾਰ ਜੀ ਹੁੰਦੇ ਸੀ ਜੋ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕਈ ਵਾਰ ਰਹੇ, 2-3 ਵਾਰ। ਉਹਨਾਂ ਦੀ ਕਮੇਟੀ ਬਣਾਈ ਸੀ ਔਰ ਉਹਨਾਂ ਨੇ ਆਪਣੇ ਰਿਪੋਰਟ 'ਚ ਕਿਹਾ ਸੀ ਕਿ ਇਹ ਜਿਹੜੀ MSP ਹੈ ਇਹ ਗਲਤ ਹੈ, ਇਹਨੂੰ ਬੰਦ ਕੀਤਾ ਜਾਵੇ ਔਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਕੋਈ ਲੋੜ ਨਹੀਂ ਜਿਹੜੀ ਖਰੀਦ ਕਰਦੀ ਹੈ, ਉਹਨੂੰ ਵੀ ਚੱਕ ਦਿਓ। ਹੁਣ ਉਹਦਾ ਜਿਹੜਾ ਨਿਚੋੜ ਹੈ ਉਹ ਕੱਢ ਕੇ ਇਹਨਾਂ ਨੇ ਆਰਡੀਨੈਂਸ ਬਣਾ ਦਿੱਤੇ ਔਰ ਜੋ ਮਰਜ਼ੀ ਸੁਖਬੀਰ ਬਾਦਲ ਕਹੇ, ਅਕਾਲੀ ਦਲ ਕਹੇ ਜਾਂ BJP ਕਹੇ, ਇਹਨਾਂ ਨੇ ਇੱਕ ਵਾਰ ਇਹ ਆਰਡੀਨੈਂਸ ਨੂੰ ਕਾਨੂੰਨ ਬਣਾਤਾ ਨਾ ਪਾਰਲੀਮੈਂਟ 'ਚ, ਫਿਰ ਅਗਲਾ ਕਦਮ ਇਹ ਹੋਏਗਾ ਕਿ ਫੂਡ ਕਾਰਪੋਰੇਸ਼ਨ ਨੂੰ ਖਤਮ ਕਰਨਗੇ ਔਰ MSP ਖਤਮ ਕਰਨਗੇ। ਔਰ ਤੁਸੀਂ ਦੇਖ ਲਓ ਪੰਜਾਬ ਕਿਸਾਨੀ ਦਾ ਕੀ ਬਣੂਗਾ ਅਗਰ ਆਹ ਕੰਮ ਹੁੰਦਾ ਰਹੇ। ਇਸ ਕਰਕੇ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਜਿਹੜੇ ਅੱਜ ਸੁਣ ਰਹੇ ਹੋ ਕਿ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਤੁਸੀਂ ਲਓ ਔਰ ਪੁੱਛੋ ਇਹਨਾਂ ਨਾਲ ਅਕਾਲੀਆਂ ਨੂੰ ਕਿ ਤੁਸੀਂ ਆਪਣੀ ਸਿਆਸਤ ਖੇਡ ਰਹੇ ਹੋ, ਕਿਉਂਕਿ ਉਹਨਾਂ ਦੀ ਇੱਥੇ ਦਿੱਲੀ ਦੇ ਵਿੱਚ ਇੱਕ ਮਿਨਿਸਟਰ ਆਪਣਾ ਬਿਠਾਈ ਬੈਠੇ ਨੇ ਕੈਬਨਿਟ ਦੇ ਵਿੱਚ ਜੋ ਬੀਬੀ ਬਾਦਲ ਹੈ ਔਰ ਉਹ ਇਹ ਕੋਈ ਕਦਮ ਨਹੀਂ ਉੱਠ ਸਕਦਾ ਜਦ ਤੱਕ ਕੈਬਨਿਟ ਨਹੀਂ ਪਾਸ ਕਰਦੀ ਔਰ ਉਹ ਕੈਬਨਿਟ ਵਿੱਚ ਇਹਨੇ ਹਾਂ ਕੀਤੀ ਹੋਣੀ ਹੈ, ਤੁਸੀਂ ਉਹਨੂੰ ਪੁੱਛ ਲਓ। ਔਰ ਇਹੀ ਹਾਲ ਹੈ ਇੱਥੇ ਅਕਾਲੀਆਂ ਦਾ, ਕਿਉਂਕਿ BJP ਦੇ ਨਾਲ ਇਹਨਾਂ ਦੀ ਇੱਥੇ ਗੱਠਜੋੜ ਹੈ, ਇਸ ਕਰਕੇ ਇਹ ਕੋਈ ਸਮਝਦੇ ਹੀ ਨਹੀਂ। ਇਹ ਜਿਹੜਾ ਕੁਛ BJP ਨੂੰ ਖੁਸ਼ ਕਰਨ ਵਾਸਤੇ ਇਹ ਆਪਣੇ ਪੰਜਾਬ ਦੀ ਕਿਸਾਨੀ ਨੂੰ ਵੇਚਣਾ ਚਾਹੁੰਦੇ ਨੇ। ਆਹੀ ਹਾਲ ਹੈ ਸਾਰੀ ਪੰਜਾਬ। ਅਸੀਂ ਇਕੱਠੇ ਹੋਏ ਹਾਂ, ਮੈਂ ਪ੍ਰਧਾਨ ਮੰਤਰੀ ਜੀ ਨੂੰ ਲਿਖ ਰਹੇ ਹਾਂ ਕਿ ਅਸੀਂ ਉਹਨਾਂ ਦੇ ਕੋਲ ਇੱਕ ਆਲ ਪਾਰਟੀ ਮੀਟਿੰਗ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਆ ਕੇ ਅਸੀਂ ਨੂੰ ਮਿਲਣਾ ਚਾਹੁੰਦੇ ਨੇ ਔਰ ਸਾਡੇ ਕਿਸਾਨ ਯੂਨੀਅਨ ਵਾਲਿਆਂ ਨੂੰ ਅਸੀਂ ਭੇਜਾਂਗੇ ਤਾਂ ਕਿ ਐਗਰੀਕਲਚਰ ਮਿਨਿਸਟਰ ਨੂੰ ਵੀ ਮਿਲਣ ਔਰ ਆਪਣੇ ਵੱਲੋਂ ਜੋ ਗੱਲਾਂ ਨੇ ਪੰਜਾਬ ਦੀਆਂ ਦੱਸਣ। ਨਹੀਂ ਅਸੀਂ ਤੁਸੀਂ ਦੇਖਦੇ ਰਹਿਣਾ ਪੰਜਾਬ ਦੀ ਕਿਸਾਨੀ ਬਿਲਕੁਲ ਥੱਲੇ ਜਾਊਗੀ ਜਿਸ ਤਰੀਕੇ ਨਾਲ। ਮੈਂ ਤੁਹਾਨੂੰ ਦੱਸਾਂ, ਇੱਕ ਮਿਸਾਲ ਦਿੰਦਾ। MSP ਅੱਜ ਮੱਕੀ ਦਾ 1700 ਰੁਪਏ ਹੈ। ਜਿਸ ਦਿਨ MSP ਸਾਡੀ ਹੋਈ ਸੀ ਆਲ ਪਾਰਟੀ ਮੀਟਿੰਗ, ਉਹ ਦਿਨ ਸਵੇਰੇ ਤੁਹਾਡੀ ਹੁਸ਼ਿਆਰਪੁਰ ਦੇ ਮੰਡੀ ਦੇ ਵਿੱਚ ਮੱਕੀ ਵਿਕੀ ਸੀ 600 ਰੁਪਏ ਕੁਇੰਟਲ। 600 ਰੁਪਏ ਕੁਇੰਟਲ ਜੋ ਅੱਜ ਵਿਕ ਰਹੀ ਹੈ ਔਰ MSP ਹੈ 17। ਹੁਣ ਤੁਸੀਂ ਸਮਝ ਲਓ ਕਿ ਕੀ ਹੋਊਗਾ ਜਦੋਂ ਇਹ MSP ਚੱਕ ਲੈਣਗੇ। ਕਣਕ 'ਤੇ ਕੀ ਹੋਊ ਅਸਰ, ਝੋਨੇ 'ਤੇ ਕੀ ਹੋਊ, ਹੋਰ ਫਸਲਾਂ ਜੋ ਆਪਾਂ ਬੀਜਦੇ ਉਹਨਾਂ 'ਤੇ ਕੀ ਹੋਊ। ਆਹ ਹੋਊਗਾ ਜੋ ਮੈਂ ਤੁਹਾਨੂੰ ਦੱਸ ਰਿਹਾ। ਜੋ ਮੌਜੂਦਾ ਕੀਮਤਾਂ ਨੇ ਜੋ ਮਿਲ ਰਹੀਆਂ ਨੇ ਆਪਾਂ ਨੂੰ ਆਪਣੇ MSP ਔਰ ਮੰਡੀਆਂ ਵਿੱਚ ਆਪਾਂ ਖਰੀਦਦਾ ਜਾਂ ਮੰਡੀਆਂ ਵੀ ਚੱਕ ਦੇਣਗੇ ਸਭ ਕੁਛ। APMC ਐਕਟ ਜਿਹੜਾ ਸਾਡਾ ਮਾਰਕੀਟਿੰਗ ਕਮੇਟੀ ਦਾ ਐਕਟ ਹੈ, ਸਭ ਕੁਝ ਚੱਕ ਦੇਣਗੇ। ਇਹ ਹਾਲ ਬਣਾਉਣਾ ਸਾਡੇ ਪੰਜਾਬ ਦਾ। ਇਹ ਮੈਂ ਉਦੋਂ ਵੀ ਕਿਹਾ ਸੀ ਕਿ ਹੁਣ ਕਿਉਂਕਿ ਹੋਰ ਹਿੰਦੁਸਤਾਨ ਦੇ ਸੂਬੇ ਅੱਜ ਉਹ ਚੌਲ ਵਗੈਰਾ ਕਣਕ ਮੱਧ ਪ੍ਰਦੇਸ਼ ਵਗੈਰਾ ਦੇ ਵਿੱਚ ਹੋਣ ਲੱਗ ਗਈ। ਹੁਣ ਪੰਜਾਬ ਦੀ ਕਿਸਾਨੀ ਦੀ ਇਹਨਾਂ ਨੂੰ ਲੋੜ ਨਹੀਂ। ਬੜੀ ਸਿੰਪਲ ਗੱਲ ਹੈ ਕਿ 60 ਸਾਲ ਪਹਿਲਾਂ ਜਦੋਂ ਗ੍ਰੀਨ ਰੈਵੋਲਿਊਸ਼ਨ ਸ਼ੁਰੂ ਹੋਇਆ ਉਦੋਂ ਪੰਜਾਬ ਹਿੰਦੁਸਤਾਨ ਭੁੱਖਾ ਮਰ ਰਿਹਾ ਸੀ ਔਰ ਅਮਰੀਕਾ ਵਗੈਰਾ ਤੋਂ ਅਸੀਂ ਖਰੀਦਦੇ ਸੀ ਚੌਲ ਔਰ ਕਣਕ ਵਗੈਰਾ। ਹੁਣ ਫਿਰ ਜਾ ਕੇ ਇੱਥੇ ਹਾਲਾਤ ਇਹ ਬਣ ਗਏ ਕਿ ਹੁਣ ਸਾਰੇ ਸੂਬੇ ਬਣਾਉਣ ਲੱਗ ਗਏ, ਚੌਲ ਪੈਦਾ ਕਰਨ ਲੱਗ ਗਏ। ਔਰ ਅੱਜ ਐਗਰੀਕਲਚਰ ਫੂਡ ਮਿਨਿਸਟਰ ਨੇ ਕਿਹਾ ਕਿ ਮੇਰੇ ਕੋਲ ਚੌਲ ਪਏ ਨੇ ਆਪਣੇ ਗੋਦਾਮਾਂ ਦੇ ਵਿੱਚ ਜੋ 3 ਸਾਲ ਨਹੀਂ ਮੁੱਕਦੇ। ਉਸ ਕਰਕੇ ਹੁਣ ਪੰਜਾਬ ਦੀ ਉਹਨਾਂ ਨੂੰ ਕੋਈ ਲੋੜ ਨਹੀਂ। ਸਾਨੂੰ ਨਿਚੋੜ ਕੇ ਸਭ ਕੁਝ ਕੱਢ ਕੇ ਸਾਨੂੰ ਹੁਣ ਬਿਲਕੁਲ ਇੱਕ ਪਾਸੇ ਸਿੱਟ ਰਹੇ ਨੇ। ਇਸ ਕਰਕੇ ਜ਼ਰੂਰੀ ਹੈ ਤੁਸੀਂ ਇਹ ਅਕਾਲੀਆਂ ਦੀ ਔਰ ਇਹ BJP ਵਾਲਿਆਂ ਦੀ ਗੱਲਾਂ 'ਚ ਨਹੀਂ ਆਉਣਾ। ਤੁਸੀਂ ਇਹ ਜੋ ਸਾਰਾ ਪੰਜਾਬ ਕਹਿ ਰਿਹਾ, ਕਿਸਾਨ ਯੂਨੀਅਨ ਕਹਿ ਰਹੇ ਨੇ, ਅਸੀਂ ਕਹਿ ਰਹੇ ਹਾਂ, ਹੋਰ ਪੰਜਾਬੀ ਸਰਕਾਰਾਂ ਸਾਡੀ ਪੋਲੀਟੀਕਲ ਪਾਰਟੀਆਂ ਨੇ ਕਹਿ ਰਹੀਆਂ ਨੇ, ਉਹਨਾਂ ਦੇ ਨਾਲ ਤੁਸੀਂ ਇਹ ਗੱਲ ਇਹ ਆਪਣੇ ਮਨ 'ਚ ਵਸਾ ਲਓ ਇਹ ਗੱਲਾਂ। ਬਾਕੀ ਲੜਾਈ ਅਸੀਂ ਲਵਾਂਗੇ ਔਰ ਸੈਂਟਰ ਨਾਲ ਅਸੀਂ ਜਾਵਾਂਗੇ ਉੱਥੇ। ਇਹ ਸਵਾਲ ਮੈਨੂੰ ਕੀਤਾ ਸੀਗਾ ਗੁਰਜੰਟ ਪਵਾਰ ਜੀ ਨੇ ਧਰਮਕੋਟ ਤੋਂ। ਰਾਜੇਸ਼ ਗਰਗ ਜੀ ਪਟਿਆਲੇ ਤੋਂ ਕਹਿੰਦੇ ਨੇ ਕਿ ਅਸੀਂ ਉਰੇ ਬਾਇਓਮੈਸ ਬ੍ਰਿਕੇਟਸ ਬਣਾਉਂਦੇ ਹਾਂ ਪਟਿਆਲੇ ਵਿੱਚ। ਤੁਹਾਡਾ ਪਿੰਡ ਆਪਣਾ ਕਕਰਾੜਾ ਪਿੰਡ ਹੈ ਸਮਾਣੇ ਦੀ ਸੜਕ 'ਤੇ ਔਰ ਸਮਾਣਾ ਡਿਸਟ੍ਰਿਕਟ ਕੋਲ। ਲੇਕਿਨ ਉੱਥੇ ਦੇ ਇੱਕ ਤਾਂ ਸਾਡੀ ਟ੍ਰਿਪਿੰਗ ਹੁੰਦੀ ਹੈ ਬਿਜਲੀ ਦੀ ਔਰ ਇੱਕ ਸਾਡੀ ਸੜਕ ਉੱਥੇ ਖਰਾਬ ਹੈ। ਹੁਣ ਸਮਾਣੇ ਦੀ ਸੜਕ ਤਾਂ ਵਧੀਆ ਹੋ ਗਈ ਲੇਕਿਨ ਲਿੰਕ ਰੋਡ ਹੋਣੀ ਹੈ। ਇਹ ਮੈਂ ਦੋਨੋਂ ਚੀਜ਼ਾਂ ਥੋੜ੍ਹੀਆਂ ਚੈੱਕ ਕਰਵਾਉਣੀਆਂ ਅੱਜ ਕਿ ਟ੍ਰਿਪਿੰਗ ਕਿਉਂ ਹੋ ਰਹੀ ਹੈ ਔਰ ਇਹਦਾ ਕੋਈ ਪ੍ਰਬੰਧ ਕਰਾਂਗੇ ਔਰ ਨਾਲੇ ਜਿਹੜੀ ਤੁਹਾਡੀ ਸੜਕ ਹੈ ਉਹਦੀ ਮੁਰੰਮਤ ਅਸੀਂ ਕਰਾਵਾਂਗੇ।
ਇੱਕ ਨਨੀਤ ਕੌਰ ਜੀ ਲਿਖ ਰਹੇ ਨੇ ਜਲੰਧਰ ਤੋਂ ਕਿ ਸਾਡੀ ਸੈਂਟਰ ਆਇਲਸ ਟ੍ਰੇਨਰ ਸੈਂਟਰ ਜਲੰਧਰ ਦਾ ਬੰਦ ਪਿਆ ਮਾਰਚ ਤਾਈਂ, ਇਹਨੂੰ ਖੁਲਵਾਓ। ਬੇਟਾ ਮੈਂ ਤਾਂ ਖੋਲ੍ਹਣਾ ਚਾਹੁੰਦਾ ਹੈ, ਲੇਕਿਨ ਇਹ ਸਾਡੇ ਜੈਸੇ ਇਹ ਜਿਹੜਾ ਹੁਣ ਇਹ ਆਪਣਾ ਕੋਵਿਡ ਦਾ ਮਸਲਾ ਹੈ, ਇਹ ਨੈਸ਼ਨਲ ਡਿਜ਼ਾਸਟਰ ਐਕਟ ਦੇ ਅਧੀਨ ਆਉਂਦਾ, ਸਾਡੇ ਕੋਲ ਨਹੀਂ ਇਹਦੀ ਕੋਈ ਅਧਿਕਾਰ। ਔਰ ਇਹ ਅਸੀਂ ਹੋਮ ਮਿਨਿਸਟਰੀ ਗਵਰਨਮੈਂਟ ਚਲਾਉਂਦੀ ਹੈ, ਔਰ ਉਹ ਜਦੋਂ ਸਾਨੂੰ ਜਿਹੜਾ ਕੁਝ ਭੇਜਦੇ ਨੇ ਸਾਨੂੰ ਕਰਨਾ ਪੈਂਦਾ। ਅਗਰ ਸਟੇਟ ਡਿਜ਼ਾਸਟਰ ਐਕਟ ਹੁੰਦਾ ਤਾਂ ਮੇਰੇ ਹੱਥ 'ਚ ਹੁੰਦਾ, ਲੇਕਿਨ ਅਗਰ ਤੁਸੀਂ ਕਰ ਰਹੇ ਹੋ ਨੈਸ਼ਨਲ ਡਿਜ਼ਾਸਟਰ, ਉਹ ਦਿੱਲੀ ਦਾ ਫੈਸਲਾ ਕਰਦੇ ਨੇ ਪੂਰੇ ਹਿੰਦੁਸਤਾਨ ਲਈ। ਔਰ ਉਹਨਾਂ ਦਾ ਹੁਣ ਇਸ ਵੇਲੇ ਕੋਚਿੰਗ ਸੈਂਟਰਸ ਵਗੈਰਾ ਬੰਦ ਰੱਖੇ ਨੇ ਉਹਨਾਂ ਨੇ, ਔਰ ਕਹਿੰਦੇ ਨੇ ਕਿ ਅਸੀਂ ਹਾਲੇ ਖੋਲ੍ਹਣ ਨਹੀਂ ਦੇਣੇ। ਤੋ ਇਹ ਮੇਰੇ ਹੱਥ ਤੋਂ ਬਾਹਰ ਹੈ, ਲੇਕਿਨ ਮੈਂ ਜ਼ਰੂਰ ਉਹਨਾਂ ਨੂੰ ਇਨਫੋਰਮ ਕਰਾਂਗਾ ਕਿ ਹੁਣ ਪੰਜਾਬ ਦੇ ਵਿੱਚ ਸੁਧਾਰ ਆ ਰਿਹਾ, ਸਾਨੂੰ ਇਜਾਜ਼ਤ ਦੇ ਦਿਓ ਇਹ ਕੰਮ ਕਰਨ ਦੀ, ਆਪਣੇ ਕੋਚਿੰਗ ਸੈਂਟਰਸ ਵਗੈਰਾ ਖੁਲਾਉਣ ਦੀ। ਇੱਕ ਤੁਸੀਂ ਈਸ਼ਾਨ ਗਰੋਵਰ ਜੀ ਅਬੋਹਰ ਤੋਂ ਪੁੱਛ ਰਹੇ ਹੋ ਕਿ 9 ਏਅਰ ਇੰਡੀਆ ਫਲਾਈਟ ਕੈਨੇਡਾ ਗਈਆਂ ਸੀਆਂ, 2 ਮਿੰਟ 'ਚ ਬੁੱਕ ਹੋ ਗਈਆਂ। ਮੇਰਾ ਇਮਤਿਹਾਨ ਹੈਗਾ, ਸੈਸ਼ਨ ਸਟਾਰਟ ਕਰ ਰਿਹਾ ਹੈ ਸਪਟੈਂਬਰ ਦੇ ਵਿੱਚ, ਇਹਦੇ ਗਵਰਨਮੈਂਟ ਸਾਡੀ ਹੈਲਪ ਕਰੇ ਕੁਛ। ਦੇਖੋ ਮੈਂ ਇਹ ਜ਼ਰੂਰ ਚੈੱਕ ਕਰਾਂਗਾ ਕਿ ਹੋਰ ਫਲਾਈਟਸ ਕੋਈ ਜਾਂਦੀਆਂ ਨੇ ਤਾਂ ਅਸੀਂ ਤੁਹਾਡਾ ਨਾਮ ਉਹਦੇ ਵਿੱਚ ਮੈਂ ਦੇਊਂਗਾ, ਲੇਕਿਨ ਮੈਂ ਆਸ ਕਰਦਾ ਕਿ ਸਪਟੈਂਬਰ ਤੱਕ ਸ਼ਾਇਦ ਇੰਟਰਨੈਸ਼ਨਲ ਟਰੈਵਲ ਨੂੰ ਹੀ ਖੁੱਲ੍ਹ ਜਾਏ। ਆਈ ਹੋਪ ਇਹ ਖੁੱਲ੍ਹ ਜਾਏਗੀ, ਕਿਉਂਕਿ ਬਹੁਤ ਲੋਕ ਐਸੇ ਫਸੇ ਹੋਏ ਨੇ। ਮੈਨੂੰ ਚਿੱਠੀਆਂ ਔਰ ਸੁਨੇਹੇ ਬੜੇ ਆਉਂਦੇ ਨੇ ਵੱਖ-ਵੱਖ ਮੁਲਕਾਂ ਤੋਂ ਕਿ ਅਸੀਂ ਫਸੇ ਹੋਏ ਹਾਂ, ਅਸੀਂ ਆਉਣਾ ਚਾਹੁੰਦੇ ਹਾਂ ਵਾਪਸ, ਲੇਕਿਨ ਸਿਰਫ ਕਿਤੇ ਕਿਤੇ ਹੀ ਇਹ ਫਲਾਈਟਸ ਜਾ ਰਹੀਆਂ ਨੇ। ਅਗਰ ਗਵਰਨਮੈਂਟ ਆਫ ਇੰਡੀਆ ਦੀ ਕੋਈ ਫਲਾਈਟ ਪ੍ਰਬੰਧ ਹੋਇਆ ਔਰ ਏਅਰ ਇੰਡੀਆ ਦੀ ਫਲਾਈਟ ਜਾਣਗੀਆਂ, ਤੁਹਾਡਾ ਨਾਂ ਜ਼ਰੂਰ ਦੇਵਾਂਗੇ। ਪਰ ਤੁਸੀਂ ਵੀ ਇਹ ਕਰਨਾ ਹੈ ਕੰਮ ਕਿ ਤੁਹਾਡਾ ਕੌਂਸੂਲੇਟ ਹੈ ਉੱਥੇ, ਉਹਦੇ ਕੌਂਸੂਲੇਟ ਨੂੰ ਵੀ ਤੁਸੀਂ ਜ਼ਰੂਰ ਲਿਖ ਦੇਣਾ ਕਿ ਮੈਂ ਪੜ੍ਹਦਾ ਉੱਥੇ, ਔਰ ਉਹ ਉੱਥੋਂ ਵੀ ਲਿਸਟ, ਕੈਨੇਡਾ ਤੋਂ ਵੀ ਲਿਸਟ ਆ ਜਾਂਦੀ ਹੈ। ਔਰ ਬਾਕੀ ਜੋ ਅਸੀਂ ਇੱਥੋਂ ਕਰਨਾ ਉਹ ਅਸੀਂ ਇੱਥੇ ਵੀ ਤੁਹਾਡਾ ਨਾ ਇੱਧਰੋਂ ਭੇਜ ਦਾਂਗੇ, ਲੇਕਿਨ ਉੱਧਰੋਂ ਵੀ ਆ ਜਾਏ ਤਾਂ ਚੰਗੀ ਗੱਲ ਹੈ ਕਿ ਤੁਸੀਂ ਉਹ ਤੋਂ ਬੋਨਾਫਾਈਡ ਇੱਕ ਵਿਦਿਆਰਥੀ ਹੋ ਜੋ ਆਪਣੀ ਸੈਸ਼ਨ ਤੁਹਾਡਾ ਸਟਾਰਟ ਹੋ ਰਿਹਾ, ਤਾਂ ਉਹ ਵੀ ਭੇਜ ਸਕਦੇ ਨੇ ਉੱਥੋਂ। ਤੁਸੀਂ ਮੈਨੂੰ ਪੁੱਛ ਰਹੇ ਹੋ ਅਮਿਤ ਸਹਾਰਨ ਜੀ ਚੰਡੀਗੜ੍ਹ ਤੋਂ ਕਿ ਖਰੜ ਫਲਾਈਓਵਰ ਕਦੋਂ ਖੁੱਲ੍ਹੂਗਾ। 6ਵੀਂ ਵਾਰ ਡੈਡਲਾਈਨ ਉਹ ਟੱਪ ਗਈ। ਇਹ ਤਾਂ ਹੁਣ ਤਾਂ 4 ਮਹੀਨਿਆਂ ਤੋਂ ਤਾਂ ਬੰਦ ਪਿਆ, ਇਹ ਤਾਂ ਕਈ ਸਾਲਾਂ ਦਾ ਉਹ ਇਹ ਖਰੜ ਮੈਂ ਫਲਾਈਓਵਰ ਦੇਖ ਰਿਹਾ। ਇਹ ਗਵਰਨਮੈਂਟ ਆਫ ਇੰਡੀਆ ਦੀ ਇੱਕ ਇਟਸ ਨੈਸ਼ਨਲ ਹਾਈਵੇ, ਇਹ ਸਟੇਟ ਹਾਈਵੇ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੰਮ ਸ਼ੁਰੂ ਹੋ ਗਿਆ ਔਰ ਹੁਣ ਇਹ ਐਕਚੁਅਲੀ ਖੁੱਲ੍ਹ ਜਾਣਾ ਸੀ ਅਗਰ ਇਹ ਜਿਹੜਾ ਕੋਵਿਡ ਨਾ ਹੁੰਦਾ। ਮੈਂ ਆਸ ਕਰਦਾ ਕਿ ਹੁਣ ਇਹ ਦੁਬਾਰਾ ਜੈਸੇ ਇਹਨਾਂ ਨੇ ਅਲਾਉ ਕਰ ਦਿੱਤਾ ਹੈ ਕਿ ਇਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਏ, ਇਹ ਜਲਦੀ ਮੁੱਕਾਂਗੇ ਔਰ ਇਹ ਸ਼ਾਇਦ ਜਿਹੜੀ ਤੁਸੀਂ ਕਹਿ ਰਹੇ ਹੋ 6ਵੀਂ ਵਾਰੀ 7ਵੀਂ ਵਾਰੀ 'ਚ ਅਸੀਂ ਇਹਨੂੰ ਖੋਲ੍ਹ ਦੇਵਾਂਗੇ ਔਰ ਖੋਲ੍ਹ ਦੇਵਾਂਗੇ ਜਲਦੀ, ਕਿਉਂਕਿ ਮੈਂ ਜਾਣਦਾ ਇਸ ਪ੍ਰੋਜੈਕਟ ਨੂੰ। ਇਹ ਸਮਾਂ ਖਰੜ ਦਾ ਜਿਹੜਾ ਬਾਈਪਾਸ ਹੈ, ਇਹ ਤਾਂ ਮੇਰੀ ਗਵਰਨਮੈਂਟ ਉਦੋਂ ਮੈਂ ਬਣਵਾਇਆ ਸੀ ਜਦੋਂ, ਅੱਜ ਤੋਂ ਕਿੰਨੇ ਸਾਲ ਹੋ ਗਏ, ਮੈਂ 2002 ਤੋਂ 7 ਤੱਕ ਸੀਗਾ ਉਹਦੇ ਮੁੱਖ ਮੰਤਰੀ ਪਹਿਲਾਂ, ਉਸ ਦੇ ਦੌਰਾਨ ਅਸੀਂ ਇਹ ਬਾਈਪਾਸ ਬਣਵਾਈ ਸੀ। ਲੇਕਿਨ ਇਹ ਫਲਾਈਓਵਰ ਉੱਤੇ ਫਸੇ ਹੋਏ ਸੀ ਜਿਹੜੇ ਹੁਣ ਨੈਸ਼ਨਲ ਗਵਰਨਮੈਂਟ ਨੇ, ਉਹਨਾਂ ਨੇ ਆਪਣੇ PWD ਨੇ ਇਹ ਟੇਕ ਅਪ ਕੀਤਾ ਹੈ। ਦਲਜੀਤ ਕੌਰ ਜੀ ਪਟਿਆਲਿਓਂ ਕਿ ਇਹ ਜਿਹੜੇ ਫੈਸਲਾ ਹੋਇਆ ਕੋਰਟ ਦਾ ਇਹਦੇ ਖਿਲਾਫ ਆਪਣੇ ਸਕੂਲ ਫੀਸ ਦਾ, ਇਹ ਕਹਿੰਦੇ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਅਤੇ ਤੁਸੀਂ ਇਹਨੂੰ ਸੁਪਰੀਮ ਕੋਰਟ ਲੈ ਕੇ ਜਾਓਗੇ। ਬੇਟਾ ਸੁਪਰੀਮ ਕੋਰਟ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ, ਆਪਾਂ ਰਿਵਿਊ ਪਟੀਸ਼ਨ ਹਾਈ ਕੋਰਟ 'ਚ ਪਾ ਰਹੇ ਹਾਂ ਔਰ ਅਸੀਂ ਇਹਦੀ ਪੂਰੀ ਤੁਹਾਡੀ ਇਹਦੀ ਡਿਫੈਂਸ ਕਰਾਂਗੇ। ਮੈਂ ਵੀ ਇਹ ਤੁਹਾਡੇ ਨਾਲ ਸਹਿਮਤ ਹੈ, ਬਿਲਕੁਲ ਗਲਤ ਹੈ। ਅਗਰ ਤੁਸੀਂ ਨਹੀਂ ਜਾ ਰਹੇ ਸਕੂਲ 'ਚ, ਕੈਸੇ ਤੁਹਾਡੀ ਫੀਸ ਲਗਾ ਸਕਦੇ ਨੇ ਉਹ। ਆਈ ਐਮ ਨਾਟ ਇਨ ਐਗਰੀਮੈਂਟ ਵਿਦ ਦੀ ਗਵਰਨਮੈਂਟ, ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਔਰ ਅਸੀਂ ਵੀ ਇਸ ਨੂੰ ਟੇਕ ਅਪ ਰਿਵਿਊ ਪਟੀਸ਼ਨ ਰਾਹੀਂ ਕਰ ਰਹੇ ਹਾਂ। ਇੱਕ ਬੜੀ ਦੁੱਖ ਵਾਲੀ ਗੱਲ ਹੈ ਜੋ ਮੈਂ ਅੱਜ ਦੇਖੀ ਹੈ ਕਿ ਇੱਕ 1 ਅਪ੍ਰੈਲ 2014 ਮਨਪ੍ਰੀਤ ਜੀ ਇੱਕ ਐਕਸੀਡੈਂਟ ਦੇ ਵਿੱਚ ਆ ਗਏ ਸੀ ਔਰ ਇਹ ਟਰੱਕ ਇਹਨਾਂ ਦੇ ਉੱਪਰ ਦੀ ਲੰਘ ਗਿਆ ਸੀ। ਰਾਈਟ ਇਹਨਾਂ ਦੀ ਅਖੀਰਲੀ ਸੱਜੇ ਪਾਸੇ ਦੀ ਟੰਗ ਐਂਪੂਟੇਟ ਹੋ ਗਈ ਅਤੇ ਪਰਿਵਾਰ ਨੇ 40 ਤੋਂ 45 ਲੱਖ ਰੁਪਈਆ ਲਾਇਆ ਇਹਨਾਂ ਦੇ ਆਪਰੇਸ਼ਨ 'ਤੇ। ਗਵਰਨਮੈਂਟ ਨੇ ਉਦੋਂ, ਇਹ ਸਾਡੀ ਗਵਰਨਮੈਂਟ ਤੋਂ ਬਾਅਦ ਦੀ ਗੱਲ ਹੈ,
ਉਹਨਾਂ ਨੇ ਉਦੋਂ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਔਰ 6 ਸਾਲਾਂ ਤੋਂ ਕੋਈ ਗਵਰਨਮੈਂਟ ਏਡ ਵੀ ਨਹੀਂ ਇਹਨਾਂ ਨੂੰ ਮਿਲੀ। ਇਹਨਾਂ ਨੇ MA ਪੰਜਾਬੀ ਕੀਤੀ ਹੈ, B.Ed ਕੀਤੀ ਹੈ, M.Phil ਕੀਤੀ ਹੈ ਪੰਜਾਬੀ 'ਚ, UGC ਐਂਡ ਚੇਅਰ ਆਫ ਕਲੀਅਰ ਨੇ। ਅਤੇ ਉਹ ਪੁੱਛ ਰਹੇ ਸੀ ਕਿ ਮੇਰਾ ਕੀ ਬਣ ਸਕਦਾ ਹੈ। ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ, ਜੋ ਗਵਰਨਮੈਂਟ ਨੇ ਕੀਤੀ ਹੈ ਪਹਿਲਾਂ, ਉਹ ਅਕਾਲੀ ਗਵਰਨਮੈਂਟ ਸੀ, ਮੈਂ ਉਹਨਾਂ ਦੇ ਬਾਰੇ ਨਹੀਂ ਕੁਝ ਕਹਿ ਸਕਦਾ, ਲੇਕਿਨ ਜਿਹੜਾ ਤੁਹਾਡੇ ਨਾਲ ਹੋਇਆ ਔਰ ਜੋ ਕਮਿਟਮੈਂਟ ਹੋਈ ਹੈ ਤੁਹਾਡੇ ਨਾਲ, ਉਹ ਪੰਜਾਬ ਗਵਰਨਮੈਂਟ ਦੀ ਕਮਿਟਮੈਂਟ ਹੈ ਔਰ ਅਸੀਂ ਪੂਰੀ ਕਰਕੇ ਦੇਵਾਂਗੇ, ਤੁਹਾਨੂੰ ਦੇਵਾਂਗੇ, ਅਸੀਂ ਗਿਵ ਯੂ ਜੋਬ। ਔਰ ਤੁਸੀਂ ਰਾਜੀ ਰਹੋ, ਮੇਨ ਥਿੰਗ ਕਾ ਰਾਜੀ ਰਹੋ ਤੁਸੀਂ। ਇਹ ਮਨਪ੍ਰੀਤ ਕੌਰ ਜੀ ਫਾਜ਼ਿਲਕਾ ਦੇ ਸੀਗੇ। ਡਾਕਟਰ ਅਰਜੁਨ ਚਾਵਲਾ ਪਟਿਆਲੇ ਤੋਂ ਪੁੱਛਦੇ ਨੇ ਕਿ ਰਿਕਰੂਟਮੈਂਟ ਡਾਕਟਰਸ ਦੀ ਔਰ ਹੈਲਥ ਡਿਪਾਰਟਮੈਂਟ ਦੀ, ਤੁਹਾਨੂੰ ਪਤਾ ਹੈ ਕਿ ਅਸੀਂ ਹੁਣ ਪਿਛਲੇ ਕੈਬਨਿਟ 'ਚ 2-3 ਦਿਨ ਪਹਿਲਾਂ ਪਾਸ ਕੀਤਾ ਹੈ, ਨਵੇਂ ਰਿਕਰੂਟਮੈਂਟ ਵਗੈਰਾ ਹੋਏਗੀ, ਕਮੇਟੀਜ਼ ਬਣ ਗਈਆਂ ਨੇ ਔਰ ਤੁਹਾਡੀ ਕਮੇਟੀ ਦੀ ਅਨਾਊਂਸਮੈਂਟ ਬੜੀ ਜਲਦੀ ਹੋ ਜਾਣੀ ਹੈ, ਜਿਸ ਡਾਕਟਰਸ ਵਾਸਤੇ, ਸੀਨੀਅਰ ਡਾਕਟਰਸ ਵਾਸਤੇ, ਪੈਰਾਮੈਡਿਕਸ ਵਾਸਤੇ, ਨਰਸਿਸ ਵਾਸਤੇ, ਸਭ ਕੁਛ। ਔਰ ਜੋ ਤੁਹਾਡੀ ਕਮੇਟੀਜ਼ ਨੇ, ਤੁਸੀਂ ਉਹਨਾਂ ਨੂੰ, ਉਹ ਤੁਹਾਨੂੰ ਬੁਲਾ ਲੈਣਗੇ ਆਪਣੀ ਰਿਕਰੂਟਮੈਂਟ ਡਰਾਈਵ ਜਿਹੜੀ ਹੈ ਸਾਡੀ ਸ਼ੁਰੂ, ਕਿਉਂਕਿ ਸਾਡੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਇਸ ਵੇਲੇ ਵਿਦ ਕੋਵਿਡ ਐਂਡ ਕਰੋਨਾ, ਔਰ ਇਹ ਵੀ ਨਹੀਂ ਪਤਾ ਕਿ ਕਿੰਨੀ ਦੇਰ ਚੱਲਣਾ। ਸਾਨੂੰ ਡਾਕਟਰਸ ਔਰ ਸਾਡਾ ਹੈਲਥ ਸਟਾਫ ਸਾਨੂੰ ਉਹਨਾਂ ਨੂੰ ਲਾਉਣ ਦੀ ਬੜੀ ਲੋੜ ਸੀ, ਤਾਂ ਗਵਰਨਮੈਂਟ ਹੈਜ਼ ਟੇਕਨ ਅ ਸਪੈਸ਼ਲ ਡਿਸੀਜਨ, ਇਹਦਾ ਫੈਸਲਾ ਲਿੱਤਾ ਕਿ ਆਪਣੇ ਡਾਕਟਰਸ ਔਰ ਪੈਰਾਮੈਡਿਕਸ ਵਗੈਰਾ ਨੂੰ ਆਪਾਂ ਇੰਕਲੂਡ ਕਰੀਏ ਇਹਦੇ 'ਚ। ਮਨੀਕਰਨ ਜੀ ਸਰਦਾਨਾ ਫਿਰੋਜ਼ਪੁਰ ਤੋਂ ਪਹਿਲਾਂ ਕਹਿੰਦੇ ਨੇ ਕਿ ਚੀਨ ਦੇ ਵਿੱਚ ਬੜਾ ਹਾਲਾਤ ਟੈਂਸ ਨੇ, ਪਰ ਪਾਕਿਸਤਾਨ ਹਰ ਵੇਲੇ ਗੜਬੜ ਕਰਨ ਦੀ ਕੋਸ਼ਿਸ਼ ਕਰਦੇ ਔਰ ਇਹ ਦੋਨੋਂ ਇਕੱਠੇ ਨੇ, ਦੋਸਤ ਨੇ। ਅਤੇ ਅਸੀਂ ਬਸ ਮੁਲਕ ਦਾ ਚਾਹੁੰਦੇ ਨੇ ਕਿ ਹਾਲਾਤ, ਮੈਨੂੰ ਕਹਿੰਦੇ ਨੇ ਯੂ ਆਰ ਪ੍ਰਾਊਡ ਯੂ ਆਰ ਲੀਡਿੰਗ ਪੰਜਾਬ, ਇਹ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਬਟ ਬੇਸਿਕਲੀ ਉਹਨਾਂ ਨੂੰ ਫਿਕਰ ਹੈ ਕਿ ਇਸ ਦਾ, ਪਰ ਤੁਸੀਂ ਫਿਕਰ ਨਾ ਕਰੋ, ਹਿੰਦੁਸਤਾਨ ਦੀ ਫੌਜ ਬੜੀ ਤਕੜੀ ਹੈ, ਮੁਲਕ ਸਾਡਾ ਬੜਾ ਤਕੜਾ ਹੈ, ਚਾਹੇ ਚੀਨ ਇਕੱਠੇ ਸਾਡੇ ਨਾਲ ਲੜੇ ਜਾਂ ਪਾਕਿਸਤਾਨ ਇਕੱਠੇ ਲੜੇ ਜਾਂ ਰਲ ਕੇ ਲੜਨ, ਅਸੀਂ ਹੁਣ ਸਾਡੀ ਫੌਜ ਇਸ ਵੇਲੇ, ਤੁਸੀਂ ਮੇਰਾ ਖਿਆਲ ਕਦੇ ਕਦੇ ਪੜ੍ਹੋ ਨਾ ਕੋਈ ਮਿਲਟਰੀ ਜਰਨਲਸ ਵਗੈਰਾ, ਤੁਸੀਂ ਦੇਖੋਗੇ ਕਿ ਅੱਜ 4 ਨੰਬਰ 'ਤੇ ਦੁਨੀਆ ਦੇ ਵਿੱਚ ਸਾਡੀ ਫੌਜ ਮੰਨੀ ਜਾਂਦੀ ਹੈ। ਸੋ ਦੇयर इज़ ਨਥਿੰਗ ਟੂ ਫੀਅਰ, ਕੋਈ ਡਰ ਦੀ ਕੋਈ ਲੋੜ ਨਹੀਂ। ਔਰ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਔਰ ਹਿੰਦੁਸਤਾਨ ਬਿਲਕੁਲ ਸੁਖੀ ਰਹੋ ਇਸ 'ਚ। ਕਮਲਦੀਪ ਸਿੰਘ ਜੀ ਬੰਸਲ ਪੁੱਛ ਰਹੇ ਨੇ ਕਿ ਸਾਡੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਘਰ ਜਿਹੜਾ ਜਗਰਾਓਂ ਦੇ ਵਿੱਚ ਹੈ, ਇਹਦੇ ਹਾਲਾਤ ਬੜੇ ਮਾੜੇ ਨੇ। ਹੁਣ ਮੈਂ ਕਈ ਵਾਰ ਗਿਆ ਉੱਥੇ, ਮੈਨੂੰ ਤਾਂ ਉਦੋਂ ਠੀਕ ਲੱਗੇ, ਲੇਕਿਨ ਅਗਰ ਇਹੋ ਜਿਹੀ ਕੋਈ ਗੱਲ ਬਣੀ ਹੈ, ਮੈਂ ਹੁਣ ਇੱਕਦਮ ਆਪਣੇ ਕਲਚਰਲ ਮਿਨਿਸਟਰ ਨੂੰ ਕਹੂੰਗਾ ਕਿ ਇਹਦਾ ਜਾ ਕੇ ਦੇਖ ਕੇ ਆਉਣ ਔਰ ਜਿਹੜਾ ਉਹਦਾ ਪ੍ਰਬੰਧ ਕਰਨਾ ਅਸੀਂ ਉਹਦੇ ਠੀਕ ਠਾਕ ਉਸ ਨੂੰ ਕਰਾਂਗੇ। ਉਹਦਾ ਸਾਡੇ ਇੱਕ ਬਹੁਤ ਮੰਨੇ ਹੋਏ ਇੱਕ ਫਰੀडम्स फाइटर से और ਅਸੀਂ ਉਹਨਾਂ ਦਾ ਜਿਹੜੀ ਨਿਸ਼ਾਨੀ ਹੈ ਉਹਨੂੰ ਅਸੀਂ ਬਿਲਕੁਲ ਉਹਦੇ ਸੰਭਾਲ ਕੇ ਰੱਖਾਂਗੇ। ਜਸਕਰਨ ਜੀ ਕਹਿੰਦੇ ਨੇ ਕਿ ਸਾਡੇ ਸ਼ਹਿਰ ਬੜੇ, ਮੈਂ ਲੁਧਿਆਣੇ ਤੋਂ ਹੈ, ਬੜਾ ਸਾਡਾ ਸ਼ਹਿਰ ਬੜੇ ਤੇਜ਼ੀ ਨਾਲ, ਕਿਉਂਕਿ ਡੀਟੇਲ ਪਲੈਨਿੰਗ ਹੈ ਬੇਟਾ, ਹਰ ਵੱਡੀ ਸਿਟੀ ਦਾ ਸਾਡਾ ਮਾਸਟਰ ਪਲਾਨ ਬਣਿਆ ਹੋਇਆ ਹੈ। ਪੁਰਾਣਾ ਸਿਟੀ ਸ਼ਹਿਰ ਨੂੰ ਤਾਂ ਸਿਰਫ ਅਸੀਂ ਉਹਨੂੰ ਦੇਖਭਾਲ ਕਰ ਸਕਦੇ ਹਾਂ, ਲੇਕਿਨ ਜਿਹੜੀ ਆਲੇ ਦੁਆਲੇ ਦੀ ਜ਼ਮੀਨ ਔਰ ਜਿਸ ਤਰੀਕੇ ਨਾਲ ਐਕਸਪੈਂਸ਼ਨ ਹੋ ਰਹੀ ਹੈ, ਦੈਟ ਇਜ਼ ਆਲ ਅੰਡਰ ਮਾਸਟਰ ਪਲਾਨ, ਔਰ ਮਾਸਟਰ ਪਲਾਨ ਦੇ ਮੁਤਾਬਿਕ ਚੱਲਣਾ ਪਊ। ਅਗਰ ਤੁਹਾਨੂੰ ਕੋਈ ਸ਼ੱਕ ਹੈ ਕਿ ਕੋਈ ਏਰੀਆ ਤੁਹਾਡਾ ਮਾਸਟਰ ਪਲਾਨ ਦੇ ਖਿਲਾਫ ਚੱਲ ਰਿਹਾ, ਮੈਨੂੰ ਜ਼ਰੂਰ ਤੁਸੀਂ ਦੱਸੋ, ਮੈਂ ਇਹਦਾ ਵੀ ਵਿਲ ਚੈੱਕ ਇਟ ਅਪ, ਇਹਦਾ ਹੱਲ ਕੱਢਾਂਗੇ ਅਸੀਂ। ਤੁਸੀਂ ਮੈਨੂੰ ਅੱਜ ਮਨਦੀਪ ਸਿੰਘ ਜੀ ਘਨੌਰ ਤੋਂ, ਰਾਜਪੁਰੇ ਤੋਂ ਲਿਖਦੇ ਨੇ ਕਿ ਮੇਰਾ ਸਰਪੰਚ ਆਇਆ ਮੇਰੇ ਘਰ 'ਚ ਅਤੇ ਤੁਹਾਡਾ ਮਿਸ਼ਨ ਫਤਿਹ ਦੇ ਬਾਰੇ ਮੈਨੂੰ ਦੱਸਿਆ, ਅਤੇ ਅਸੀਂ ਸਾਰੇ ਪਰਿਵਾਰ ਵਾਲੇ, ਅਸੀਂ ਆਪਣੇ ਪਿੰਡ ਨੂੰ ਔਰ ਸਾਰੇ ਪਿੰਡ ਵਾਲੇ, ਅਸੀਂ ਇਹ ਤੁਹਾਡੇ ਜੋ ਤੁਸੀਂ ਕਹਿ ਰਹੇ ਹੋ, ਅਸੀਂ ਇਹਦੇ ਮੁਤਾਬਿਕ ਚੱਲਾਂਗੇ ਤਾਂ ਕਿ ਕਰੋਨਾ ਨੂੰ ਅਸੀਂ ਖਤਮ ਕਰਨਾ ਹੈ ਪੰਜਾਬ। ਮੈਂ ਧੰਨਵਾਦੀ ਹਾਂ ਮਨਦੀਪ, ਮੈਂ ਆਸ ਕਰਦਾ ਹਾਂ ਕਿ ਸਾਰਾ ਪੰਜਾਬ ਹੀ ਤੁਹਾਡੀ ਇਹ ਗੱਲ ਸੁਣੇ ਔਰ ਤੁਸੀਂ ਆਪਣੇ ਪਿੰਡਾਂ ਨੂੰ ਔਰ ਆਪਣੇ ਮੁਹੱਲਿਆਂ ਨੂੰ ਵਿੱਚ ਜਾ ਕੇ ਸਾਰਿਆਂ ਨੂੰ ਜਾਗਰਿਤ ਕਰੋ ਔਰ ਮਿਸ਼ਨ ਫਤਿਹ ਦਾ ਆਪਾਂ ਸਫਲ ਕਰਾਈਏ ਤਾਂ ਕਿ ਪੰਜਾਬ ਦੀ
ਦਾ ਭਵਿੱਖ ਕੋਈ ਬਣ ਸਕੇ ਔਰ ਪੰਜਾਬੀ ਬਿਲਕੁਲ ਸੁਰੱਖਿਅਤ ਰਹਿਣ। ਤੁਸੀਂ ਇੱਕ ਮੈਨੂੰ ਪੁੱਛਿਆ ਕਮਲਜੀਤ ਸਿੰਘ ਮਹਿਲ ਨੇ ਲੰਬੀ ਤੋਂ ਕਿ ਤੁਸੀਂ ਕਿਹਾ ਸੀ ਕਿ ਬਜਟ ਸੈਸ਼ਨ ਵਿੱਚ ਕਿ ਸਟੇਟ 'ਤੇ ਅਸੀਂ 400 ਐਂਬੂਲੈਂਸਿਸ ਲਿਆਵਾਂਗੇ, ਇਹਨਾਂ ਦੇ ਨੰਬਰ ਪੂਰੇ ਕਰਾਂਗੇ 400। ਹੁਣ ਕਿੰਨੇ ਐਂਬੂਲੈਂਸ ਹੋ ਚੁੱਕੇ ਨੇ ਪੰਜਾਬ ਕੋਲ? ਤੁਹਾਡੇ ਕੋਲ ਇਹ ਸੀ ਕਿ 248 ਸਾਡੇ ਕੋਲ ਐਂਬੂਲੈਂਸ ਸੀਗੇ, ਉਹਦੇ ਵਿੱਚੋਂ 60 ਐਂਬੂਲੈਂਸ ਹੁਣ ਆ ਰਹੇ ਨੇ, 15 ਦਿਨਾਂ ਦੇ ਵਿੱਚ ਉਰੇ ਪਹੁੰਚ ਜਾਣਗੇ ਔਰ ਉਸ ਤੋਂ ਬਾਅਦ 40 ਹੋਰ ਅਗਲੇ ਕੁਝ ਦਿਨਾਂ 'ਚ ਉਹ ਤਾਂ 100 ਨਵੇਂ ਹੋ ਜਾਣਗੇ। 248 ਪਹਿਲਾਂ ਤੋਂ 348 ਰਹਿ ਜਾਣਗੇ ਤੁਹਾਡੇ 50-60, ਉਹ ਅਸੀਂ ਇਸ ਸਾਲ ਦੇ ਅਖੀਰ ਤੱਕ ਇਹਨਾਂ ਨੂੰ ਪੂਰਾ ਕਰ ਲਾਂਗੇ। ਇਹ ਹਰ ਨੌਜਵਾਨ ਚਾਹੁੰਦਾ ਪੰਜਾਬ 'ਚ। ਇਹ ਲਿਖਿਆ ਸਰਪੰਚ ਜਗਸੀਰ ਸੰਧੂ, ਲੋਹਾ ਖੇੜਾ ਸੰਗਰੂਰ ਤੋਂ। ਇਹ ਕਹਿੰਦੇ ਨੇ ਕਿ ਮੇਰੇ ਪਿੰਡ ਦੇ ਵਿੱਚ ਕਈ ਅਸੀਂ ਫੌਜ ਦੇ ਵਿੱਚ ਔਰ ਪੁਲਿਸ ਸਰਵਿਸ ਜਾਣਾ ਚਾਹੁੰਦੇ ਹਾਂ, ਲੇਕਿਨ ਪਹਿਲਾਂ ਸਟੇਡੀਅਮ ਦੀ ਸਾਨੂੰ ਲੋੜ ਹੈ ਆਪਣੀ ਹੈਲਥ ਵਗੈਰਾ ਬਣਾਉਣ ਲਈ, ਅਤੇ ਸਾਡਾ ਜਿਹੜਾ ਨੇੜੇ ਤੋਂ ਨੇੜਾ ਸਟੇਡੀਅਮ ਹੈ ਬੜੀ ਦੂਰ ਹੈ, ਇਸ ਕਰਕੇ ਮੇਰੇ ਪਿੰਡ ਵਿੱਚ ਇੱਕ ਬਣਾ ਦਿਓ। ਹੁਣ ਇਹ ਮੈਂ ਚੈੱਕ ਕਰਦਾ ਕਿ ਕਿਹੜੇ ਪਿੰਡ ਦੇ ਵਿੱਚ ਬਣਾ ਰਹੇ, ਲੇਕਿਨ ਮੈਂ ਤੁਹਾਨੂੰ ਇੱਕ ਇਹ ਦੱਸਦਾ ਕਿ ਜੋ ਸਾਡਾ ਫੈਸਲਾ ਹੈ ਕਿ ਇੱਕ ਬਹੁਤ ਵੱਡੇ ਸਟੇਡੀਅਮ, 5 ਸਟੇਡੀਅਮ ਬਣਾਵਾਂਗੇ ਹਰ ਬਲਾਕ ਦੇ ਵਿੱਚ, ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਸਾਲ 750 ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਹੈ। ਤਾਂ 5 ਹਰ ਬਲਾਕ ਦੇ ਵਿੱਚ 5 ਸਟੇਡੀਅਮ ਔਰ 750 ਹੋ ਜਾਣਗੇ ਪੂਰੇ ਪੰਜਾਬ ਦੇ ਵਿੱਚ ਇਸ ਸਾਲ। ਤਾਂ ਮੈਂ ਚੈੱਕ ਕਰੂੰਗਾ ਕਿ ਤੁਹਾਡੇ ਲੋਹਾ ਖੇੜਾ ਦੇ ਵਿੱਚ ਤੁਹਾਡਾ ਪਿੰਡ ਚੁਣਿਆ ਜਾਂ ਪਤਾ ਨਹੀਂ ਕਿਹੜਾ ਚੁਣਿਆ, ਔਰ ਤੁਹਾਨੂੰ ਦੱਸਾਂਗੇ ਜ਼ਰੂਰ ਕਿ ਕਿੱਥੇ ਤੁਹਾਡਾ ਸਟੇਡੀਅਮ ਬਣ ਰਿਹਾ। ਇਹ ਸਵਾਲ ਸੀ ਤੁਹਾਡੇ ਅੱਜ ਦੇ, ਔਰ ਅਗਲੇ ਹਫਤੇ ਫਿਰ ਆਪਾਂ ਮਿਲਾਂਗੇ, ਫਿਰ ਗੱਲਾਂ ਕਰਾਂਗੇ। ਕਈ ਗੱਲਾਂ ਨੇ ਜਿਹੜੀਆਂ ਆ ਜਾਂਦੀਆਂ ਨੇ, ਹਫਤਾ ਦਾ ਬਹੁਤ ਲੰਬਾ ਸਮਾਂ ਹੁੰਦਾ ਔਰ ਕਈ ਗੱਲਾਂ ਹੁਣ ਬੜੀ ਤੇਜ਼ੀ ਨਾਲ ਹਾਲਾਤ ਬਦਲਦੇ ਰਹਿੰਦੇ ਨੇ। ਤੋ ਜੈਸੇ ਕੋਈ ਗੱਲ ਹੋਏਗੀ ਤੁਸੀਂ ਜ਼ਰੂਰ ਲਿਖਣਾ ਮੈਨੂੰ, ਔਰ ਮੈਂ ਉਹ ਨਾਲ ਤੁਹਾਡੇ ਨਾਲ ਜ਼ਰੂਰ ਗੱਲ ਕਰਕੇ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਪ੍ਰੋਗਰਾਮ ਰੱਖਿਆ ਇਸ ਵਾਸਤੇ ਕਿ ਹਰ ਪੰਜਾਬੀ ਨੂੰ ਪਤਾ ਹੋਏ ਕਿ ਤੁਸੀਂ ਸਾਡੀ ਸਰਕਾਰ ਬਣਾਈ ਸੀ, ਸਾਡੀ ਗਵਰਨਮੈਂਟ ਬਣਾਈ ਹੈ। ਔਰ ਮੈਂ ਆਸ ਕਰਦਾ ਕਿ ਜਿਸ ਤਰੀਕੇ ਨਾਲ ਸਾਡੀ ਆਪਸੀ ਮੇਲ ਸੀ, ਇੱਕ ਸਾਡੀ ਸੋਚ ਸੀ ਆਪਸੀ, ਤਾਂ ਹੀ ਤੁਸੀਂ ਸਾਨੂੰ ਵੋਟਾਂ ਪਾਈਆਂ ਸੀ ਕਿ ਸਾਡੇ ਵਿੱਚ ਕੋਈ ਫਰਕ ਨਾ ਹੋਵੇ। ਜੋ ਗੱਲਾਂ ਅਸੀਂ ਕਰਦੇ ਹਾਂ, ਜੋ ਤੁਸੀਂ ਚਾਹੁੰਦੇ ਹੋ ਸਰਕਾਰ ਦੇਖੇ ਉਸ ਨੂੰ, ਔਰ ਜੋ ਅਸੀਂ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਦੇਖ ਸਕਦੇ ਹਾਂ। ਮੈਂ ਬਿਲਕੁਲ ਓਪਨ ਸਰਕਾਰ ਚਾਹੁੰਦਾ। ਮੈਂ ਕੋਈ ਇਹ ਨਹੀਂ ਚਾਹੁੰਦਾ ਕਿ ਕਹੀਏ ਕੁਛ ਔਰ ਕਰੀਏ ਕੁਛ ਜੋ ਆਮ ਤੌਰ 'ਤੇ ਸਰਕਾਰਾਂ ਕਰਦੀਆਂ ਨੇ। ਸਿੱਧੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਇੰਨਾ ਹੋ ਸਕਦਾ, ਇਹ ਹੋ ਸਕਦਾ ਜਾਂ ਇਹ ਨਹੀਂ ਹੋ ਸਕਦਾ, ਤਾਂ ਕਿ ਤੁਸੀਂ ਵੀ ਇਹ ਮੰਚ ਬਸਾ ਲਓ ਕਿ ਕਿੱਥੇ ਤਾਈਂ ਅਸੀਂ ਜਾ ਸਕਦੇ ਹਾਂ। ਪੰਜਾਬ ਔਕੜਾਂ ਬੜੀਆਂ ਆਉਂਦੀਆਂ ਨੇ, ਖਾਸ ਕਰਕੇ ਆਰਥਿਕਤਾ ਸਾਡੀ ਪੰਜਾਬ ਦੀ ਅੱਛੀ ਨਹੀਂ, ਔਰ ਹੁਣ ਹੋਰ ਵੀ ਵਿਗੜੂਗੀ ਇੱਕ ਕਰੋਨਾ ਦੇ ਨਾਲ। ਤਾਂ ਸਾਡੇ ਜਿੰਨੀ ਵੀ ਸਾਡੇ ਕੋਲ ਗੁੰਜਾਇਸ਼ ਹੈ, ਲਾਉਣੀ ਆ ਪੰਜਾਬ ਵਾਸਤੇ, ਲਾਉਣੀ ਆ ਤੁਹਾਡੇ ਵਾਸਤੇ, ਔਰ ਲਾਉਣੀ ਆ ਤੁਹਾਡੀਆਂ ਮੰਗਾਂ ਨੇ ਇਹਨਾਂ ਵਾਸਤੇ, ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਰਲ ਕੇ ਅੱਗੇ ਵਧਾਈਏ। ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ।